ਜਿਵੇਂ ਗੁਰਦਾਸਪੁਰ ਜੇਲ੍ਹ 'ਚੋਂ ਜਿਹੜੇ ਸਿੰਘ ਫਰਾਰ ਹੋਏ ਸੀ, ਉਹ ਵੀ ਮੇਰੀ ਸੇਵਾ ਹੀ ਲਾਈ ਸੀ ਸਿੰਘਾਂ ਨੇ। ਉਸ ਅੰਦਰ ਜਿਹੜਾ ਸੌਦਾ ਪਹੁੰਚਿਆ ਸਮਾਨ ਉਹ ਸਾਰਾ ਤੁਹਾਡੀ ਮਿਹਰਬਾਨੀ ਨਾਲ ਗਿਆ? ਹਾਂਜੀ, ਉਹ ਗੁਰੂ ਸਾਹਿਬ ਨੇ ਮੇਰੇ ਕੋਲੋਂ ਹੀ ਸੇਵਾ ਲਈ ਹੈ ਜੀ। ਮਾਲ ਮੰਡੀ ਅੰਮ੍ਰਿਤਸਰ ਤੇ ਲੱਦਾ ਕੋਠੀ ਸੰਗਰੂਰ। ਲੱਦਾ ਕੋਠੀ ਸੰਗਰੂਰ ਸਭ ਤੋਂ ਪਹਿਲੀਆਂ ਦੇ ਵਿੱਚ ਬੜਾ ਮਸ਼ਹੂਰ ਇੱਕ ਕਹਿ ਲਓ ਬੁੱਚੜਖਾਨਾ ਸੀ ਉਹ। ਹਾਂਜੀ, ਉਹਦਾ ਨਾਂ ਤੋਂ ਡਰਦੇ ਸੀ, ਜਿਹਨੂੰ ਉੱਥੇ ਸਿੰਘ ਨੂੰ ਲੈ ਜਾਂਦੇ ਸੀ ਉਹ ਫਿਰ ਬਾਹਰ ਤਾਂ ਹਾਹਾਕਾਰੀ ਮਚ ਜਾਂਦੀ ਸੀ ਤੇ ਉੱਥੇ ਪਤਾ ਨਹੀਂ ਹੁਣ ਉਹ ਸਿੰਘ ਨਾਲ ਕੀ ਹੋਣਾ। ਇਹਨਾਂ ਨੂੰ ਉੱਥੇ ਸਾਰਿਆਂ ਨੂੰ ਇੰਟਰੋਗੇਟ ਕੀਤਾ। ਹਾਂਜੀ, ਹੋਰ ਕਿਤੇ ਐਸੇ ਥਾਂ ਜਿੱਥੇ ਤੁਹਾਡੀ ਕੋਈ ਭੂਮਿਕਾ ਰਹੀ ਹੋਵੇ ਇਹਨਾਂ ਦੇ ਨਾਲ ਜ਼ਰੂਰ, ਕਿਉਂਕਿ ਸੰਗਤ ਸਾਰੀ ਜਾਣਨਾ ਚਾਹੁੰਦੀ ਆ ਵੀ ਮਤਲਬ ਤੁਹਾਡੇ ਸਹੁਰਾ ਸਾਹਿਬ ਸ਼ਹੀਦ ਨੇ, ਤੁਹਾਡੇ ਪਤੀ ਸ਼ਹੀਦ ਨੇ ਔਰ ਤੁਹਾਡੀ ਇੱਕ ਵਿਲੱਖਣ ਭੂਮਿਕਾ, ਉਹਦੇ ਬਾਰੇ ਥੋੜ੍ਹਾ ਕਲੀਅਰ ਕਰੋ। ਔਰ ਜਿਹੜੀ ਗੱਲ ਪੁਲਿਸ ਨੂੰ ਕਲੀਅਰ ਹੈ ਉਹ ਤੇ ਬਿਲਕੁਲ ਟੈਨਸ਼ਨ ਲੈਣ ਦੀ ਲੋੜ ਨਹੀਂ, ਉਹ ਗੱਲ ਕਰਨ ਲੱਗਿਆ। ਅੱਛਾ ਭੈਣ ਜੀ, ਇੱਕ ਗੱਲ ਅਸੀਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਭਈ ਭਾਈ ਜੋਗਾ ਸਿੰਘ ਦੀ ਜਿਹੜੀ ਇੱਕ ਵੱਡੀ ਕਾਰਵਾਈ ਤੇ ਸੀ ਵੀ ਜਿੱਥੇ ਅਖਾੜਾ ਸ਼ਹੀਦ ਹੁੰਦਾ ਸਾਰੀ ਪਿੰਡ ਉਧਰ ਕਲਾਨੌਰ ਸੈਕਟਰ ਦੇ ਵਿੱਚ ਪੈਂਦਾ ਪਿੰਡ ਉਹ, ਤੇ ਉੱਥੋਂ ਮੁਕਾਬਲੇ 'ਚੋਂ ਬਚ ਕੇ ਨਿਕਲੇ, ਜੇਲ੍ਹ 'ਚੋਂ ਭੱਜ ਜਾਣਾ ਇੱਕ ਵੱਡੀ ਗੱਲ ਸੀਗੀ। ਉਸ ਤੋਂ ਬਾਅਦ ਕੋਈ ਹੋਰ ਵੱਡੀ ਕਾਰਵਾਈ ਦਾ ਜੇ ਕੋਈ ਤੁਹਾਡੇ ਕੋਲ ਜ਼ਿਕਰ ਹੋਵੇ ਤਾਂ ਜ਼ਰੂਰ ਕਰੋ। ਸੰਘਰਸ਼ ਦਾ ਸੱਚ ਪ੍ਰੋਗਰਾਮ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਅੰਮ੍ਰਿਤਸਰ ਵਾਲੇ ਸਟੂਡੀਓ ਵਿਖੇ ਬਹੁਤ ਹੀ ਸਤਿਕਾਰਯੋਗ ਬੀਬੀ ਗੁਰਵਿੰਦਰ ਕੌਰ ਜੀ ਪਹੁੰਚੇ ਨੇ। ਬੀਬੀ ਗੁਰਵਿੰਦਰ ਕੌਰ ਜੀ ਜੋ ਕਿ ਧਰਮ ਪਤਨੀ ਨੇ ਸ਼ਹੀਦ ਭਾਈ ਜਸਵਿੰਦਰ ਸਿੰਘ ਉਰਫ ਜੋਗਾ ਸਿੰਘ ਬਿਸ਼ਨੰਦੀ, ਸਨ ਆਫ ਸਰਦਾਰ ਗੁਰਦੇਵ ਸਿੰਘ, ਪਿੰਡ ਬਿਸ਼ਨੰਦੀ, ਜ਼ਿਲ੍ਹਾ ਫਰੀਦਕੋਟ। ਭਾਈ ਜੋਗਾ ਸਿੰਘ ਨੂੰ 7/11/1991 ਨੂੰ ਬਟਾਲਾ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਇੱਕ ਝੂਠੇ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਉਹਨਾਂ ਦੇ ਪਿਤਾ ਜੀ ਸਰਦਾਰ ਗੁਰਦੇਵ ਸਿੰਘ ਜੀ, ਜਿਹੜੇ ਕਿ 1984 ਦੇ ਵਿੱਚ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੌਰਾਨ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਨਾਲ ਜੂਝਦੇ ਹੋਏ ਦਰਬਾਰ ਸਾਹਿਬ ਦੇ ਅੰਦਰ ਹੀ ਸ਼ਹੀਦ ਹੋ ਗਏ ਸਨ। 2 ਪਰਿਵਾਰਕ ਮੈਂਬਰ ਪਿਓ ਪੁੱਤਰ ਜਿਹੜੇ ਆ ਇਸ ਪਰਿਵਾਰ ਦੇ ਸ਼ਹੀਦ ਨੇ। ਪਿਛਲੇ ਦਿਨੀਂ ਵੱਖ-ਵੱਖ ਚੈਨਲਾਂ ਦੇ ਉੱਤੇ ਤੁਸੀਂ ਬੀਬੀ ਗੁਰਵਿੰਦਰ ਕੌਰ ਜੀ ਦੇ ਨਾਲ ਮੁਲਾਕਾਤਾਂ ਸੁਣੀਆਂ ਨੇ ਅਤੇ ਮੇਰੇ ਲਈ ਇਹ ਮਾਣ ਵਾਲੀ ਗੱਲ ਆ ਕਿ ਜਦੋਂ ਭਾਈ ਜਸਵਿੰਦਰ ਸਿੰਘ ਉਰਫ ਭਾਈ ਜੋਗਾ ਸਿੰਘ ਬਿਸ਼ਨੰਦੀ ਭਗੌੜੇ ਸੀਗੇ ਅਤੇ ਸਾਡੇ ਇਲਾਕੇ 'ਚ ਬੜਾ ਵਿਚਰੇ ਨੇ, ਸਾਨੂੰ ਇਹਨਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ। ਭਾਈ ਜੋਗਾ ਸਿੰਘ ਜੀ ਦੇ ਬਾਰੇ ਇੱਕ ਗੱਲ ਕਲੀਅਰ ਕਰਦਿਆਂ ਕਿ ਬਾਬਾ ਰਣਜੀਤ ਸਿੰਘ ਜੀ ਦਿਆਲਗੜ੍ਹ ਔਰ ਭਾਈ ਤਰਸੇਮ ਸਿੰਘ ਜੀ ਕੁਹਾੜ, ਭਾਈ ਵਸਣ ਸਿੰਘ ਜੀ ਜਫਰਵਾਲ, ਰੌਸ਼ਨ ਲਾਲ ਬਰਾਗੀ, ਇਹ ਸਾਰੇ ਬੰਦੇ ਔਰ ਨਾਲ ਭਾਈ ਦਲਬੀਰ ਸਿੰਘ ਬਿੱਲਾਵਰਪਾਲ, ਇਹ ਸਾਰਾ ਗਰੁੱਪ ਇਕੱਠਾ ਸੀਗਾ। ਅਤੇ ਇਹ ਇਕੱਠੇ ਇਹਨਾਂ ਦੇ ਵਿੱਚੋਂ ਕੁਝ ਸਿੰਘ ਜਿਨ੍ਹਾਂ 'ਚ ਬਾਬਾ ਰਣਜੀਤ ਸਿੰਘ ਜੀ ਦਿਆਲਗੜ੍ਹ, ਭਾਈ ਜੋਗਾ ਸਿੰਘ ਬਿਸ਼ਨੰਦੀ, ਭਾਈ ਆਪਣਾ ਹਰਜਿੰਦਰ ਸਿੰਘ ਅਖਾੜਾ ਔਰ ਭਾਈ ਰੌਸ਼ਨ ਲਾਲ ਬੈਰਾਗੀ, ਇਹ ਸਾਰੇ ਸਿੰਘ ਜਿਹੜੇ ਨੇ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚੋਂ ਇਹ ਉਦੋਂ ਭੱਜੇ ਸੀ। ਔਰ ਤੁਸੀਂ ਹੈਰਾਨ ਰਹਿ ਜਾਓਗੇ, ਕਦੀ PTN 24 ਚੈਨਲ 'ਤੇ ਜਾ ਕੇ ਬਾਬਾ ਰਣਜੀਤ ਸਿੰਘ ਦਿਆਲਗੜ੍ਹ ਜੀ ਦੇ ਭਰਾ ਭਾਈ ਕੁਲਵੰਤ ਸਿੰਘ ਜੀ ਨਾਲ ਮੁਲਾਕਾਤ ਜ਼ਰੂਰ ਵੇਖਿਓ, ਜਿਹਦੇ 'ਚ ਉਹਨਾਂ ਦੱਸਿਆ ਕਿ ਕਈ ਹਫ਼ਤੇ ਮਹੀਨੇ ਗੁਰਦਾਸਪੁਰ ਜੇਲ੍ਹ ਦੇ ਅੰਦਰ 255 ਬੋਰ ਦੇ 455 ਬੋਰ ਦੇ ਰਿਵਾਲਵਰ ਅਤੇ ਇੱਕ ਸਟੇਨ ਗਨ ਜਿਹੜੀ ਆ ਉਹ ਜੇਲ੍ਹ ਦੇ ਅੰਦਰ ਚਲੇਗੀ ਅਤੇ ਕਈ ਦਿਨ ਉੱਥੇ ਰਹੀ ਅਤੇ ਉਸੇ ਉਹ ਹਥਿਆਰਾਂ ਦੇ ਆਸਰੇ ਫਿਰ ਉਹ ਜੇਲ੍ਹ 'ਚੋਂ ਭੱਜਣ 'ਚ ਸਫਲ ਹੋ ਗਏ। ਜੇਲ੍ਹ 'ਚੋਂ ਭੱਜਣ ਤੋਂ ਬਾਅਦ ਇੱਕ ਸਹਾਰੀ ਪਿੰਡ ਪੈਂਦਾ ਜੀ ਕਲਾਨੌਰ ਸੈਕਟਰ ਦੇ ਵਿੱਚ, ਜੇ ਉਹ ਗੱਲ ਕਹਿ ਲਈਏ, ਅਤੇ ਉੱਥੇ ਇੱਕ ਮੁਕਾਬਲਾ ਹੋਇਆ ਜਿਹਦੇ ਵਿੱਚ ਹਰਜਿੰਦਰ ਸਿੰਘ ਅਖਾੜਾ ਨਾਂ ਦਾ ਉਹ ਛੋਟੀ ਜਿਹੀ ਉਮਰ ਦਾ ਇੱਕ ਸਿੰਘ ਸੀਗਾ, ਉਹ ਉੱਥੇ ਸ਼ਹੀਦ ਹੋ ਗਿਆ ਅਤੇ ਭਾਈ ਜੋਗਾ ਸਿੰਘ ਉਸ ਵਕਤ ਉਹਨਾਂ ਦੇ ਨਾਲ ਸੀਗੇ, ਉਹ ਉੱਥੋਂ ਬਚ ਨਿਕਲਣ 'ਚ ਸਫਲ ਹੋ ਗਏ। ਬੀਬੀ ਗੁਰਵਿੰਦਰ ਕੌਰ ਜੀ ਦੀ ਇਸ ਖਾੜਕੂ ਮੂਵਮੈਂਟ ਦੇ ਵਿੱਚ ਅਹਿਮ ਭੂਮਿਕਾ ਹੈ। ਇਹ ਸਿਰਫ ਇੱਕ ਖਾੜਕੂ ਸਿੰਘ ਦੀ ਧਰਮ ਪਤਨੀ ਨਾ ਹੋ ਕੇ
ਉਸ ਤੋਂ ਵੀ ਵੱਧ ਸੀ, ਕਿਉਂਕਿ ਉਹਨਾਂ ਦੇ ਨਾਲ ਫਿਰਨਾ ਤੁਰਨਾ ਵਿਚਰਨਾ ਉਹਨਾਂ ਦੇ ਸਮਾਨ ਨੂੰ ਅੱਗੇ ਪਿੱਛੇ ਲੈ ਕੇ ਜਾਣ ਦੇ ਵਿੱਚ ਬੜੀ ਵੱਡੀ ਇਹਨਾਂ ਦੀ ਭੂਮਿਕਾ ਰਹੀ ਆ। ਅੱਜ ਸਾਡੇ ਨਾਲ ਨੇ ਇਹ, ਕਿਉਂਕਿ ਕੁਝ ਗੱਲਾਂ ਜਿਹੜੀਆਂ ਇਹਨਾਂ ਦੇ ਜੇਨ 'ਚ ਵੀ ਨਹੀਂ ਰਹੀਆਂ, ਕੁਛ ਜਿਹੜੇ ਨਵੇਂ ਪੱਤਰਕਾਰ ਜਿਹੜੇ 1990 ਤੋਂ 84 ਤੋਂ ਬਾਅਦ 'ਚ ਪੈਦਾ ਹੋਏ ਨੇ, ਉਹਨਾਂ ਨੂੰ ਕਈ ਵਾਰੀ ਬਹੁਤੀਆਂ ਅੰਦਰ ਦੀਆਂ ਬਰੀਕੀਆਂ ਬਾਰੇ ਜਾਣਕਾਰੀ ਨਹੀਂ ਹੁੰਦੀ, ਕਿਉਂਕਿ ਅਸੀਂ ਇਹਨਾਂ ਦੇ ਨਾਲ ਵਿਚਰੇ ਵੀ ਹਾਂ ਅਤੇ ਕੁਛ ਇਹਨਾਂ ਦੀਆਂ ਐਸੀਆਂ ਕਾਰਵਾਈਆਂ ਸੀ ਜਿਹਦੇ ਬਾਰੇ ਅੱਜ ਅਸੀਂ ਤੁਹਾਡੇ ਨਾਲ ਉਹ ਜ਼ਿਕਰ ਜਿਹੜਾ ਜ਼ਰੂਰ ਕਰਾਂਗੇ। ਅਤੇ ਆਓ ਤੁਹਾਨੂੰ ਮਿਲਵਾਉਂਦੇ ਹਾਂ ਜੀ ਸਤਿਕਾਰਯੋਗ ਬੀਬੀ ਗੁਰਵਿੰਦਰ ਕੌਰ ਜੀ ਨਾਲ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਭੈਣ ਜੀ ਇਸ ਗੱਲ ਦੀ ਮਾफ़ੀ, ਕਿਉਂਕਿ ਤੁਹਾਡੀਆਂ ਇੰਟਰਵਿਊ ਵੇਖ ਕੇ ਮੈਨੂੰ ਬੜੇ ਫੋਨ ਆਏ ਭਈ ਬਲਵੰਦਰ ਸਿੰਘ, ਇਹ ਉਹ ਪਰਿਵਾਰ ਨੇ ਜਿਹੜੇ ਸਾਡੇ ਨਾਲ ਵਿਚਰਦੇ ਰਹੇ ਆ, ਅਸੀਂ ਇਕੱਠੇ ਰਹਿੰਦੇ ਰਹੇ, ਅਤੇ ਤੂੰ ਕਿਉਂ ਨਹੀਂ ਕੀਤੀ ਇੰਟਰਵਿਊ। ਇੱਕ ਤਾਂ ਥੋੜ੍ਹਾ ਸਫ਼ਰ ਲੰਬਾ, ਦੂਸਰਾ ਹੁਣ ਇੰਨੇ ਜ਼ਿਆਦਾ ਪਰਿਵਾਰਾਂ ਦੀ ਜ਼ਿੰਮੇਵਾਰੀ, ਅਤੇ ਫਿਰ ਮੇਰੇ ਮਨ 'ਚ ਕਿਤੇ ਨਾ ਕਿਤੇ ਤਸੱਲੀ ਸੀ ਵੀ ਚਲੋ ਕੋਈ ਨਹੀਂ, ਕਿਸੇ ਹੋਰ ਚੈਨਲ 'ਤੇ ਹੀ ਸਹੀ ਭਈ ਇਸ ਪਰਿਵਾਰ ਦੀ ਹਾਜ਼ਰੀ ਲੱਗ ਗਈ ਆ ਸੰਗਤ ਦੇ ਸਾਹਮਣੇ। ਪਰ ਸੰਗਤਾਂ ਦੀ ਪੁਰਜ਼ੋਰ ਫਰਮਾਇਸ਼ ਸੀ ਕਿ ਤੁਸੀਂ ਵੀ ਜ਼ਰੂਰ ਗੱਲ ਕਰੋ, ਅਤੇ ਅੱਜ ਤੁਸੀਂ ਸਾਡੇ ਸਟੂਡੀਓ ਆਏ ਹੋ, ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ। ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਵੀ ਭਾਈ ਜੋਗਾ ਸਿੰਘ ਦੇ ਤੇ ਬਾਅਦ ਦੇ ਵਿੱਚ ਗੱਲ ਕਰਾਂਗੇ ਵੀ ਤੁਸੀਂ ਖੁਦ ਜਿਹੜੇ ਖਾੜਕੂ ਸੰਘਰਸ਼ ਦੇ ਵਿੱਚ ਸ਼ਾਮਲ ਰਹੇ ਹੋ, ਅਤੇ ਇਹ ਕਿਵੇਂ ਤੁਸੀਂ ਇਸ ਸੰਘਰਸ਼ 'ਚ ਪੈ ਗਏ ਸੀ। ਮੇਰੇ ਵੀਰ ਜੀ ਦਿਆਲਗੜ੍ਹ ਪੇਕੇ ਹੈ, ਹਾਂਜੀ, ਉੱਥੋਂ ਭਾਈ ਜੋਗਿੰਦਰ ਸਿੰਘ ਹੁਣਾਂ ਨੇ ਮੇਰਾ ਰਿਸ਼ਤਾ ਕਰਵਾਇਆ ਸੀ ਦਰਬਾਰ ਸਾਹਿਬ। ਸੰਤਾਂ ਨੇ ਆਨੰਦ ਕਾਰਜ ਕੀਤਾ ਸੀ ਮੇਰਾ, ਬਸ ਉੱਥੋਂ ਹੀ ਸ਼ੁਰੂਆਤ ਹੋਈ। ਅੱਛਾ ਜੀ, ਇਹ ਕਿਹੜੇ ਸਨ 'ਚ ਤੁਹਾਡਾ ਆਨੰਦ ਕਾਰਜ ਹੋ ਗਿਆ ਸੀ। 84 ਦਰਬਾਰ ਸਾਹਿਬ ਅਟੈਕ ਤੋਂ 1 ਮਹੀਨਾ ਪਹਿਲਾਂ ਹੀ। ਅੱਛਾ, ਦਰਬਾਰ ਸਾਹਿਬ ਹਮਲੇ ਤੋਂ ਪਹਿਲਾਂ ਤੁਹਾਡਾ ਭਾਈ ਜੋਗਾ ਸਿੰਘ ਜੀ ਨਾਲ ਆਨੰਦ ਕਾਰਜ ਹੋ ਜਾਂਦਾ, ਔਰ ਸੰਤਾਂ ਨੇ ਆਪ ਆਨੰਦ ਕਾਰਜ ਕਰਾਇਆ। ਭਾਈ ਜੋਗਿੰਦਰ ਸਿੰਘ ਜੀ SGPC ਦੇ ਮੈਂਬਰ ਰਹੇ ਨੇ, ਹੁਣ ਰਿਟਾਇਰ ਹੋ ਗਏ ਨੇ, ਮੈਨੂੰ ਪਤਾ, ਕਿਉਂਕਿ ਅਸੀਂ ਇਕੱਠੇ ਸਾਰੇ ਵਿਚਰਦੇ ਰਹੇ ਹਾਂ ਜੀ। ਅੱਛਾ, ਇਹ ਫਿਰ ਤੁਸੀਂ ਪਹਿਲਾਂ ਹੀ, ਅਤੇ ਉੱਥੇ ਫਿਰ ਸੰਤਾਂ ਕੋਲ ਆਉਣ ਜਾਣ ਵੀ ਸੀਗਾ। ਹਾਂਜੀ, ਸਾਡੇ ਪਰਿਵਾਰ ਦਾ ਤਾਂ ਇੰਨਾ ਨਹੀਂ ਸੀ, ਦਿਆਲਗੜ੍ਹ ਵਾਲਿਆਂ ਦਾ ਅੰਮ੍ਰਿਤਧਾਰੀ ਸੀ ਪਰਿਵਾਰ ਸਾਡਾ ਸਾਰਾ, ਮੇਰੇ ਪੇਕੇ ਪਿੰਡ। ਮੇਰੇ ਜਿਹੜਾ ਸਹੁਰੇ ਪਰਿਵਾਰ ਹੈ ਉਹ ਸੀਗੇ ਬਾਬਾ ਜੀ ਹੁਣ ਸੰਤਾਂ ਦੇ ਨਾਲ, ਇਹ ਬਾਪੂ ਜੀ ਗੁਰਦੇਵ ਸਿੰਘ ਮੇਰੇ ਸਹੁਰਾ ਸਾਹਿਬ, ਅਤੇ ਮੇਰੇ ਸਿੰਘ ਸਾਹਿਬ ਜੋਗਾ ਸਿੰਘ ਜਿਹੜੇ ਬਿਸ਼ਨੰਦੀ ਸੀਗੇ, ਉਹ ਸੰਤਾਂ ਦੇ ਕੋਲ ਹੀ ਰਹਿੰਦੇ ਸੀਗੇ ਜੀ। ਹਾਂਜੀ, ਜਿਵੇਂ ਸਾਡੇ ਕੋਲ ਜਾਣਕਾਰੀ ਆ ਕਿ ਤੁਹਾਡੇ ਸਹੁਰਾ ਸਾਹਿਬ ਭਾਈ ਗੁਰਦੇਵ ਸਿੰਘ ਜੀ ਇਹ ਸੰਤਾਂ ਦੇ ਨਾਲ ਜੂਝਦਿਆਂ ਹੋਇਆਂ ਦਰਬਾਰ ਸਾਹਿਬ ਦੇ ਅੰਦਰ ਹੀ ਸ਼ਹੀਦ ਹੋ ਗਏ ਫੌਜ ਨਾਲ ਲੜਦਿਆਂ, ਅਤੇ ਉਸ ਵਕਤ ਭਾਈ ਜੋਗਾ ਸਿੰਘ ਜੀ ਦਰਬਾਰ ਸਾਹਿਬ ਦੇ ਅੰਦਰ ਨਹੀਂ ਸੀ ਕਿ ਜਾਂ ਕਿਤੇ ਬਾਹਰ ਸੀਗੇ। ਉਹ ਥੋੜ੍ਹੇ 2-4 ਦਿਨ ਪਹਿਲਾਂ ਹੀ ਬਾਹਰ ਗਏ ਸੀਗੇ। ਉਦੋਂ ਸੰਤਾਂ ਨੇ ਕਾਫੀ ਸਿੰਘਾਂ ਨੂੰ, ਜਿਹੜੇ 2-2 3-3 ਸਿੰਘ ਇੱਕ ਪਰਿਵਾਰ ਦੇ ਸੀ, ਉਹਨਾਂ ਨੂੰ ਬਾਹਰ ਭੇਜਿਆ ਸੀਗਾ, ਉਹਦੇ 'ਚ ਇਹ ਵੀ ਬਾਹਰ ਗਏ ਸੀ। ਵੈਸੇ ਅਟੈਕ ਉਦੋਂ ਸ਼ੁਰੂ ਹੋ ਗਿਆ ਸੀਗਾ, ਮਤਲਬ 1-2 ਦਿਨ ਪਹਿਲਾਂ ਦੀ ਹੋਈ ਗੱਲ ਹੈ। ਮੈਨੂੰ ਲੱਗਦਾ ਹੈ 1 ਤਰੀਕ ਦੇ ਲਾਗੇ ਚਾਗੇ ਕਿਤੇ ਨਿਕਲੇ ਨੇ। ਹਾਂਜੀ, ਇਹ 'ਚ ਕੋਈ ਸ਼ੱਕ ਨਹੀਂ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਦੂਰਅੰਦੇਸ਼ੀ ਸੀਗੇ, ਉਹਨਾਂ ਨੂੰ ਪਤਾ ਸੀ ਵੀ ਕਈ ਸਾਰੇ ਪਰਿਵਾਰ ਇੱਥੇ ਰਹਿ ਰਹੇ ਨੇ, ਅਤੇ ਜੇ ਇਹ ਗੱਲਬਾਤ ਹੋ ਗਈ ਤਾਂ ਪਿੱਛੇ ਕੋਈ ਮੁੜ ਕੇ ਜ਼ਿਕਰ ਕਰਨ ਵਾਲਾ ਵੀ ਕੋਈ ਨਹੀਂ ਰਹਿਣਾ, ਅਤੇ ਉਹਨਾਂ ਨੇ ਫਿਰ ਆਪ ਉਹਨਾਂ ਪਰਿਵਾਰਾਂ ਦੇ 1-2 ਮੈਂਬਰਾਂ ਨੂੰ, ਜਿਹੜੇ ਉਹ ਮਤਲਬ ਇੱਕ ਨੂੰ ਰੱਖਿਆ ਉੱਥੇ, ਬਾਕੀਆਂ ਨੂੰ ਉਹਨਾਂ ਨੂੰ ਬਾਹੁਕਮ ਉਹਨਾਂ ਨੂੰ ਉੱਥੋਂ ਜਾਣ ਲਈ ਕਹਿ ਦਿੱਤਾ ਸੀ, ਅਤੇ ਸ਼ਾਇਦ ਇਹੀ ਹੁਕਮ ਮੰਨਦੇ ਹੋਏ ਭਾਈ ਜੋਗਾ ਸਿੰਘ ਬਿਸ਼ਨੰਦੀ ਜਿਹੜੇ ਆ ਉਹ ਵੀ ਦਰਬਾਰ ਸਾਹਿਬ ਦੇ ਵਿੱਚੋਂ ਬਾਹਰ ਨਿਕਲ ਗਏ ਸੀਗੇ, ਅਤੇ ਬਾਅਦ ਦੇ ਵਿੱਚ ਹੀ ਉਹਨਾਂ ਨੇ ਜੋ ਕੁਛ ਕੀਤਾ ਉਹ ਵੀ ਸਾਰਾ ਜ਼ਿਕਰ ਕਰਾਂਗੇ। ਅੱਛਾ, ਫਿਰ ਦਰਬਾਰ ਸਾਹਿਬ 'ਤੇ ਹਮਲੇ ਦੌਰਾਨ ਤੁਸੀਂ ਆਪਣੇ ਪੇਕੇ ਸੀ ਕਿ ਜਾਂ ਕਿਤੇ ਭਾਈ ਜੋਗਾ ਸਿੰਘ ਨਾਲ ਬਾਹਰ ਸੀ ਕਿਤੇ। ਹਾਂ ਨਹੀਂ, ਮੈਂ ਪੇਕੇ ਸੀ ਆਪਣੇ। ਅੱਛਾ ਜੀ, ਉਦੋਂ ਤੱਕ ਭਾਈ ਜੋਗਾ ਸਿੰਘ ਭਗੌੜੇ ਨਹੀਂ ਸੀਗੇ। ਨਹੀਂ, ਉਹ ਭਗੌੜੇ ਸੀਗੇ, ਮੈਂ ਤਾਂ ਵੈਸੇ ਮੈਂ ਦਰਬਾਰ ਸਾਹਿਬ ਤੋਂ ਜਦੋਂ ਆਨੰਦ ਕਾਰਜ ਹੋ ਗਿਆ ਪਿੰਡ ਆਈ ਵੀ ਸੀ। ਅੱਛਾ ਅੱਛਾ, ਅਤੇ ਤੁਸੀਂ ਕੁਛ ਦਿਨ ਲਈ ਪਿੰਡ ਆਏ ਸੀਗੇ ਉਸ ਸਮੇਂ ਦੌਰਾਨ, ਅਤੇ ਉਸ ਤੋਂ ਬਾਅਦ ਫਿਰ ਇਹ ਤਾਂ ਪਰਿਵਾਰ ਫਿਰ ਪਹਿਲਾਂ ਹੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਭਾਈ ਜੋਗਾ ਸਿੰਘ ਤੇ ਫਿਰ 84 ਤੋਂ ਪਹਿਲਾਂ ਹੀ ਹਮਲੇ ਤੋਂ ਪਹਿਲਾਂ ਹੀ ਭਗੌੜੇ ਸੀਗੇ। ਹਾਂਜੀ, ਇਹ ਪਹਿਲਾਂ ਇਸ ਪਰਿਵਾਰ ਦਾ ਤਾਂ ਪੂਰੀ ਜਾਣਕਾਰੀ ਹੋਣੀ ਹੈ ਨਾ ਸਰਕਾਰ ਕੋ, ਵੀ ਇਹ ਸਾਰਾ ਪਰਿਵਾਰ ਸੰਤਾਂ ਦਾ ਸਹਿਯੋਗੀ ਆ ਜਾਂ ਸੰਤਾਂ ਦੇ ਪੈਰੋਕਾਰ ਨੇ, ਇਹ ਉੱਥੇ ਦਰਬਾਰ ਸਾਹਿਬ ਬੈਠੇ ਨੇ। ਹਾਂਜੀ, ਇਹ ਤਾਂ 75 ਤੋਂ ਹੀ ਸੀਗੇ ਜੀ। ਅੱਛਾ, ਬਾਪੂ ਜੀ ਹੁਣੀ ਤਾਂ ਇੱਥੇ ਸੰਤਾਂ ਦੇ ਨਾਲ ਹੀ ਸੀਗੇ, ਪਹਿਲਾਂ ਸੰਤ ਕਰਤਾਰ ਸਿੰਘ ਦੇ ਨਾਲ ਵੀ ਰਹੇ, ਅੱਛਾ ਜੀ, ਅਤੇ ਫਿਰ ਸੰਤਾਂ ਦੇ ਨਾਲ ਵੀ ਸੰਤ ਜਰਨੈਲ ਸਿੰਘ ਦੇ ਨਾਲ ਵੀ ਰਹੇ। ਸੰਤ ਘਰੇ ਵੀ ਜਾਂਦੇ ਰਹੇ ਸਾਡੇ, ਬਿਸ਼ਨੰਦੀ ਪਿੰਡ ਵੀ ਗਏ। ਅੱਛਾ ਜੀ, ਸੰਤ ਵੀ ਨਾਲ ਹੀ ਰਹਿੰਦੇ ਸੀਗੇ। ਇਹ ਜਿਹੜੇ ਜੋਗਾ ਸਿੰਘ ਉਹ ਤੇ ਦਮਦਮ ਟਕਸਾਲ ਦੇ ਵਿਦਿਆਰਥੀ ਸੀਗੇ, ਅੱਛਾ ਜੀ, ਅਤੇ ਬਾਪੂ ਜੀ ਹੋਣੀ ਸੀ, ਉਹਨਾਂ ਦੇ ਅਤੇ ਆਪਣੇ ਵੈਪਨ ਜਿਹੜੇ ਸੀਗੇ ਉਦੋਂ ਸਾਰੇ ਆਪਣੇ ਜਿਹੜੇ ਉੱਥੋਂ ਵਾਲੇ ਸੀ ਇਹਨਾਂ ਦੇ ਕੋਲ ਹੀ ਸੀਗੇ। ਸੰਤਾਂ ਨੂੰ ਜਿਹੜੀ ਜ਼ਰੂਰਤ ਸੀਗੀ ਉਹ ਲੈ ਕੇ ਆਏ ਵੀ ਸੀ ਨਾਲ, ਅਤੇ ਉੱਥੇ ਪੱਕੀ ਤੌਰ 'ਤੇ ਸੰਤਾਂ ਦੇ ਨਾਲ ਇੱਕ ਮਤਲਬ ਪੂਰੇ
ਲੈਸ ਸੀਗੇ, ਹਥਿਆਰਬੰਦ ਉਹਨਾਂ ਦੀ ਜਿਹੜੀ ਸੀਗੀ ਗਾਰਡ ਸੀ ਜਿਹੜੇ ਉਹਨਾਂ ਦੇ ਨਾਲ ਹੁੰਦੇ ਸੀ ਬਾਪੂ ਜੀ। ਇਸ ਤੋਂ ਬਾਅਦ ਤੁਹਾਡੇ ਪਿੰਡ ਦੇ ਹੀ ਬੜੇ ਨਾਮੀ ਖਾੜਕੂ ਸੀ ਬਾਬਾ ਰਣਜੀਤ ਸਿੰਘ ਦਿਆਲਗੜ੍ਹ। ਇਹ ਫਿਰ ਮੈਨੂੰ ਲੱਗਦਾ ਫਿਰ ਉਹਨਾਂ ਨਾਲ ਸੁਰ ਸੰਪਰਕ 'ਚ ਆ ਗਏ, ਕਿਉਂਕਿ ਅਸੀਂ ਤਾਂ ਉਹਨਾਂ ਨਾਲ ਹੀ ਮਿਲਦੇ ਰਹੇ ਹਾਂ ਭਾਈ ਸਾਹਿਬ ਹੋਣਾ ਨੂੰ। ਹਾਂਜੀ, ਪਹਿਲਾਂ ਉੱਧਰ ਦੇ ਦਰਬਾਰ ਸਾਹਿਬ ਤੋਂ ਜਦੋਂ ਇਹ ਗਏ ਆ ਨਾ, ਉਦੋਂ ਤਾਂ ਪਿੰਡ ਚਲੇ ਗਏ ਬਿਸ਼ਨੰਦੀ, ਪਰ ਉੱਥੇ ਪੁਲਿਸ ਨੇ ਨਹੀਂ ਟਿਕਣ ਦਿੱਤਾ, ਤੇ ਫਿਰ ਇਹ ਇੱਧਰ ਹੀ ਆ ਗਏ, ਕਿਉਂਕਿ ਇਹ ਪਹਿਲਾਂ ਵੀ ਇੱਧਰ ਹੀ ਰਹਿੰਦੇ ਸੀਗੇ। ਫਿਰ ਇੱਥੇ ਇਸ ਸਾਈਡ ਤੇ ਆ ਗਏ ਗੁਰਦਾਸਪੁਰ, ਫਿਰ ਭਾਈ ਰਣਜੀਤ ਸਿੰਘ, ਬਾਬਾ ਰਣਜੀਤ ਸਿੰਘ ਦਿਆਲਗੜ੍ਹ, ਫਿਰ ਭਾਈ ਤਰਸੇਮ ਸਿੰਘ ਕੁਹਾੜ, ਜਿਹੜੇ ਮੇਰੇ ਛੋਟੀ ਸਿਸਟਰ ਵੀ ਉਹਨਾਂ ਦੇ ਨਾਲ ਉਹਨਾਂ ਦੀ ਮੈਰਿਜ ਹੋਈ, ਉਹ ਵੀ ਭਾਈ ਦਲਵੀਰ ਸਿੰਘ ਬਿੱਲਾ ਸੀ, ਜਿਵੇਂ ਅਵਤਾਰ ਸਿੰਘ ਰੂਪੋਵਾਲੀ, ਤੇ ਕਾਫੀ ਸਿੰਘ ਸੀਗੇ ਜੀ, ਭਾਈ ਵਸੰਤ ਸਿੰਘ ਜਫਰਵਾਲ ਹੋਣੀ, ਇਹ ਸਾਰੇ ਇਕੱਠੇ ਸੀਗੇ। ਤਕਰੀਬਨ ਜੇ ਇਹ ਗੱਲ ਕਹਿ ਲਈ ਜਾਏ ਕਿ ਗੁਰਦਾਸਪੁਰ ਜ਼ਿਲ੍ਹੇ ਤੇ ਨਹੀਂ, ਉਸ ਮੂਵਮੈਂਟ ਦੇ ਇਹ ਥੰਮ ਸੀਗੇ ਸ਼ੁਰੂਆਤੀ ਦੌਰ ਦੇ, ਐਡਾ ਵੱਡਾ ਨਾਂ ਸੀ ਵੀ ਕੁਝ ਉਂਗਲਾਂ ਤੇ ਗਿਣਨ ਵਾਲੇ ਇਸ਼ਤਿਹਾਰੀ ਭਗੌੜੇ ਸੀ ਜਿਨ੍ਹਾਂ ਦੇ ਵਿੱਚੋਂ ਤੁਸੀਂ ਇਹਨਾਂ ਸਿੰਘਾਂ ਦਾ ਨਾਂ ਲੈ ਰਹੇ ਹੋ। ਹਾਂਜੀ, ਮਤਲਬ ਜਿਸ ਤਰ੍ਹਾਂ ਮੇਰੀ ਗੱਲ ਹੋਈ ਆ ਕੁਲਵੰਤ ਸਿੰਘ ਦਿਆਲਗੜ੍ਹ ਜੀ ਨਾਲ, ਉਹਨਾਂ ਦੱਸਿਆ ਕਿ ਉਦੋਂ 17-18 ਸਿੰਘ ਸੀ ਇਸ਼ਤਿਹਾਰੀ ਭਗੌੜੇ, ਤੇ ਉਹਨਾਂ ਦੇ ਵਿੱਚੋਂ ਮੇਰੇ ਹਿਸਾਬ ਨਾਲ ਇਹ 5-7 ਤੇ ਗੁਰਦਾਸਪੁਰ ਵਾਲੇ ਹੀ ਸੀਗੇ। ਹਾਂਜੀ, ਇਹ ਬਾਬਾ ਰਣਜੀਤ ਸਿੰਘ ਹੋਣੀ ਵੀ ਸੀਗੇ, ਸੰਤਾਂ ਦੇ ਨਾਲ ਸੰਪਰਕ 'ਚ ਸੀ, ਪਰ ਇਹ ਸੰਤਾਂ ਦੇ ਕੋਲ ਪਰਿਵਾਰ 'ਚ ਰਹਿਣ ਕਰਕੇ, ਸੰਤਾਂ ਦੇ ਨਾਲ ਬਿਲਕੁਲ ਰਹਿਣ ਕਰਕੇ ਇਹਨਾਂ ਦੀ ਜ਼ਿਆਦਾ ਗੱਲ ਸੀਗੀ ਸੀ। ਇਹਦੇ ਫਿਰ ਸਾਰੇ ਸਿੰਘ ਜਿਹੜੇ ਇਹਨਾਂ ਦੇ ਨਾਲ ਮਤਲਬ ਚਲਾ ਕੇ ਇਹਨਾਂ ਨੇ ਆਪੇ ਹੀ ਹਥਿਆਰਬੰਦ ਜਿੰਨੇ ਵੀ ਕੀਤੇ ਸਿੰਘ ਇਹਨਾਂ ਨੇ ਹੀ ਜ਼ਿਆਦਾ ਕੀਤੇ ਸੀ। ਅੱਛਾ, ਕਿਤੇ ਨਾ ਕਿਤੇ ਜਿੱਦਾਂ ਅਸੀਂ ਵੇਖਦੇ ਰਹੇ ਹਾਂ ਵੀ ਭਾਈ ਤਰਸੇਮ ਸਿੰਘ ਕੁਹਾੜ ਦੀ ਇੱਕ ਟੀਮ ਬਣ ਗਈ, ਵੱਡੀ ਚਰਚਾ ਹੋ ਗਿਆ, ਔਰ ਕਿਤੇ ਨਾ ਕਿਤੇ ਤੁਸੀਂ ਖੁਦ ਵੀ ਸੇਵਾ ਕੀਤੀ, ਕਿਉਂਕਿ ਕਈ ਵਾਰੀ ਹੁੰਦਾ ਕਿ ਇੱਕ ਖੁਦ ਭਗੌੜਾ ਬੰਦਾ ਤੇ ਉੱਪਰੋਂ ਉਹ ਵੈਪਨ ਲੈ ਕੇ ਨਹੀਂ ਟਰੈਵਲ ਕਰ ਸਕਦਾ, ਉੱਥੇ ਕੋਈ ਤੁਹਾਡੀ ਭੂਮਿਕਾ ਰਹੀ ਆ? ਹਾਂਜੀ, ਮੇਰੀ ਭੂਮਿਕਾ ਕਾਫੀ ਸੀਗੀ, ਮੈਂ ਕਿਉਂਕਿ ਨਾਲ ਹੀ ਰਹਿੰਦੀ ਸੀਗੀ, ਤੇ ਜਿਵੇਂ ਗੁਰਦਾਸਪੁਰ ਜੇਲ੍ਹ 'ਚੋਂ ਜਿਹੜੇ ਸਿੰਘ ਫਰਾਰ ਹੋਏ ਸੀ, ਉਹ ਵੀ ਮੇਰੀ ਸੇਵਾ ਹੀ ਲਾਈ ਸੀ ਸਿੰਘਾਂ ਨੇ। ਉਸ ਅੰਦਰ ਜਿਹੜਾ ਸੌਦਾ ਪਹੁੰਚਿਆ ਸਮਾਨ, ਉਹ ਸਾਰਾ ਤੁਹਾਡੀ ਮਿਹਰਬਾਨੀ ਨਾਲ ਗਿਆ? ਹਾਂਜੀ, ਉਹ ਗੁਰੂ ਸਾਹਿਬ ਨੇ ਮੇਰੇ ਕੋਲ ਹੀ ਸੇਵਾ ਲਈ ਹੈ ਜੀ, ਉਹ ਭਾਈ ਤਰਸੇਮ ਸਿੰਘ ਕੁਹਾੜ ਹੁਣਾਂ ਨੇ ਮੈਨੂੰ ਹਥਿਆਰ ਦਿੱਤੇ ਸੀਗੇ। ਅੱਛਾ, ਉਦੋਂ ਵੇਖੋ ਅੰਦਰ ਸਿੰਘਾਂ ਦਾ ਟੌਰ ਇੰਨਾ ਸੀ ਵੀ ਤੁਸੀਂ ਬੈਗ 'ਚ ਭਰ ਕੇ ਸਮਾਨ ਫੜਾਤਾ ਅੰਦਰ, ਕਿਸੇ ਦੀ ਜ਼ਰੂਰਤ ਨਹੀਂ ਪਈ ਵੀ ਅਸੀਂ ਤਲਾਸ਼ੀ ਲੈ ਲਈਏ ਕਿਸੇ ਜੇਲ੍ਹ ਪੁਲਿਸ ਅਧਿਕਾਰੀ ਦੀ, ਕਿਉਂਕਿ ਉਦੋਂ ਬਾਬਾ ਰਣਜੀਤ ਸਿੰਘ ਦਿਆਲਗੜ੍ਹ ਹੋਣਾ ਦਾ ਅੰਦਰ ਦਬਦਬਾ ਹੀ ਇਸ ਤਰ੍ਹਾਂ ਦਾ ਸੀ ਵੀ ਕੋਈ ਵੀ ਖਬਰਦਾਰ ਝੂਠੇ ਹੱਥ ਨਹੀਂ ਲਾਉਣੇ, ਖਾਣ ਪੀਣ ਵਾਲਾ ਸਮਾਨ ਆ, ਤੇ ਉਹ ਇਦਾਂ ਹੀ ਉਹ ਬੈਗ ਅੰਦਰ ਲੈ ਗਏ। ਹਾਂਜੀ, ਉਹ ਬਹੁਤ ਵੱਡੀ ਗੱਲ ਸੀ, ਤੁਹਾਨੂੰ ਪਤਾ ਹੀ ਹੈ ਜੀ, ਤੁਸੀਂ ਜੇਲ੍ਹ 'ਚ ਰਹੇ ਹੋ, ਉੱਥੇ ਜੇਲ੍ਹ 'ਚ ਸਮਾਨ ਲੈ ਕੇ ਜਾਣਾ ਬੜਾ ਮੁਸ਼ਕਿਲ ਹੁੰਦਾ, ਪਰ ਉਹ ਲੈ ਗਏ ਸੀ। ਮੈਨੂੰ ਪਤਾ ਲੱਗਾ ਕਈ ਮਹੀਨੇ ਰਹਿ ਗਿਆ ਉੱਥੇ, ਕਈ ਹਫ਼ਤੇ ਅੰਦਰ ਮਤਲਬ ਰਿਹਾ ਸਮਾਨ। ਫਰਾਰ ਨਹੀਂ ਹੋਏ ਫਿਰ ਉਨੀ ਦੇਰ ਉੱਥੇ ਅੰਦਰ ਹੀ ਰੱਖਿਆ ਇਹਨਾਂ ਕੋਲੇ। ਇਹ ਤਾਂ 12 ਤਰੀਕ ਤੇ ਆਉਂਦੇ ਸੀ, ਉਦੋਂ ਵੀ ਲੈ ਆਉਂਦੇ ਸੀ ਨਾਲ ਜੀ, ਨਾਲ ਹੀ ਲੈ ਆਉਂਦੇ ਸੀ। ਹਾਂ, ਅੱਜ ਇਹ ਤੁਸੀਂ ਗੱਲ ਇੱਕ ਵਾਰੀ ਫੇਰ ਪੁਸ਼ਟੀ ਕਰਤੀ ਆ, ਕਿਉਂਕਿ ਭਾਈ ਕੁਲਵੰਤ ਸਿੰਘ ਹੋਣਾ ਵੀ ਇਹ ਗੱਲ ਕਹੀ ਸੀ ਵੀ ਉਹ ਤਰੀਕ ਤੇ ਆਉਂਦੇ ਡੱਬ ਦੇ ਵਿੱਚ ਨਾਲ ਰਿਵਾਲਵਰ ਲਏ ਹੁੰਦੇ ਸੀ। ਹਾਂਜੀ, ਇਹ ਤਾਂ ਤਰੀਕ ਤੇ ਆਉਂਦੇ ਜਦੋਂ ਰਸਤੇ 'ਚ ਗੁਰਦਾਸਪੁਰ ਜਾਂਦੇ ਸੀ ਜੇਲ੍ਹ 'ਚ, ਤੇ ਪਿੰਡ ਵੀ ਚਲੇ ਜਾਂਦੇ ਸੀ ਦਿਆਲਗੜ੍ਹ। ਇੱਕ ਵਾਰੀ ਤੇ ਬੜੀ ਅਜੀਬ ਗੱਲ, ਉਹ ਤੁਸੀਂ ਸਿੰਘਾਂ ਦੀ ਗੁਰੂ ਸਾਹਿਬ ਦੀ ਇੰਨੀ ਕਿਰਪਾ ਸੀ ਜਾਂ ਚੜ੍ਹਦੀ ਕਲਾ ਇੰਨੀ ਸਿੰਘਾਂ ਦੀ, ਭਾਈ ਤਰਸੇਮ ਸਿੰਘ ਹੁਣੀ ਕੁਹਾੜ ਵੀ ਘਰੇ ਹੀ ਸੀਗੇ। ਅੱਛਾ, ਤੇ ਉੱਥੇ ਬਾਬਾ ਰਣਜੀਤ ਸਿੰਘ ਹੋਣੀ, ਇਹ ਜੋਗਾ ਸਿੰਘ ਹੋਣੀ ਸਾਰੇ ਤਰੀਕ ਤੋਂ ਪੁਲਿਸ ਦੇ ਨਾਲ ਆ ਗਏ। 2-3 ਘੰਟੇ ਭਾਈ ਤਰਸੇਮ ਸਿੰਘ ਹੋਣੀ ਪੁਲਿਸ ਦੇ ਪੁਲਿਸ ਵਾਲਿਆਂ ਦੇ ਨਾਲ ਹੀ ਬੈਠੇ ਰਹੇ, ਪਤਾ ਨਹੀਂ ਲੱਗਿਆ ਉਹਨਾਂ ਨੂੰ। ਇਹ ਤੇ ਦਲੇਰੀ ਵੇਖ ਲਓ ਜੀ, ਸਿੰਘਾਂ ਦਲੇਰੀ ਬੜੀ ਸੀ ਇਹ 'ਚ ਕੋਈ ਜੀ, ਸਿੰਘਾਂ ਦੀ ਦਲੇਰੀ ਵੇਖ ਲਓ ਜੀ, ਵੀ ਉਸ ਟਾਈਮ ਤੇ ਸਿੰਘਾਂ ਦੀ ਕਿੰਨੀ ਦਲੇਰੀ, ਜਿਹੜੇ ਨਾਲ ਆਏ ਪੁਲਿਸ ਦੇ ਉਹਨਾਂ ਦੀ ਵੀ, ਤੇ ਭਾਈ ਤਰਸੇਮ ਸਿੰਘ ਉਹਨਾਂ ਦੀ ਵੀ। ਇਹ ਮੇਰੇ ਆਪਣੇ ਮਤਲਬ ਅੱਖੀਂ ਵੇਖਣ ਗੱਲ ਹੈ ਜੀ, ਮੈਂ ਕਿਸੇ ਦੀ ਸੁਣੀ ਸੁਣਾਈ ਨਹੀਂ, ਮੈਂ ਆਪ ਉਸ ਟਾਈਮ ਤੇ ਕੋਲ ਹੀ ਸੀਗੀ। ਨਹੀਂ ਜੀ, ਬਿਲਕੁਲ। ਜਿਹੜੇ ਤੁਹਾਡੇ ਵਰਗੇ ਪਰਿਵਾਰ ਨੇ ਨਾ, ਸਾਡਾ ਮਤਲਬ ਇਹ ਹੁੰਦਾ ਵੀ ਤੁਸੀਂ ਜਿਹੜਾ ਸੱਚ ਹੱਡੀ ਹੰਡਾਇਆ, ਅੱਖੀਂ ਵੇਖਿਆ, ਉਹ ਤੁਸੀਂ ਬਾਖੂਬੀ ਬਿਆਨ ਕਰ ਸਕਦੇ ਹੋ। ਜਿਹੜਾ ਬੰਦਾ ਲਿਖਣ ਵਾਲਾ ਵਾ ਜਾਂ ਆਪ ਕੋਈ ਇਸ ਵਿਸ਼ੇ ਤੇ ਗੱਲ ਕਰਨ ਵਾਲਾ, ਉਹ ਕਿਤੇ ਨਾ ਕਿਤੇ ਕੁਝ ਲਫ਼ਜ਼ ਆਪਣੇ ਕੋਲੋਂ ਐਡ ਕਰ ਲਊਗਾ। ਸਾਡੀ ਕੋਸ਼ਿਸ਼ ਹੁੰਦੀ ਆ ਕਿ ਪਰਿਵਾਰਾਂ ਨਾਲ ਮਿਲ ਕੇ ਹੂਬਹੂ ਸੱਚਾਈ ਜਿਹੜੀ ਆ ਉਹ ਸੰਗਤ ਦੇ ਸਾਹਮਣੇ ਰੱਖੀ ਜਾਏ। ਉਹਦੇ 'ਚ ਕੋਈ ਸ਼ੱਕ ਨਹੀਂ, ਜਿਹੜੀ ਤੁਹਾਡੇ ਪਰਿਵਾਰ ਦੀ ਕੁਰਬਾਨੀ ਆ। ਮੈਂ ਸਾਧ ਸੰਗਤ ਜੀ ਗੱਲ ਕਲੀਅਰ ਕਰਦੇ ਹਾਂ ਕਿ ਬੀਬੀ ਗੁਰਵਿੰਦਰ ਕੌਰ ਜੀ ਦੀ ਦੂਜੀ ਭੈਣ ਛੋਟੀ ਬੀਬੀ ਪਰਮਜੀਤ ਕੌਰ, ਜੋ ਕਿ ਸ਼ਹੀਦ ਭਾਈ ਤਰਸੇਮ ਸਿੰਘ ਕੁਹਾੜ ਦੀ ਸਿੰਘਣੀ ਆ, ਤੇ ਦੋਵਾਂ ਭੈਣਾਂ ਦੇ ਜਿਹੜੇ ਸਿੰਘ ਆਪਣੇ ਸਮੇਂ ਦੇ ਬਹੁਤ ਉੱਚ ਕੋਟੀ ਦੇ ਯੋਧੇ ਹੋਏ ਨੇ, ਬੜੇ ਵੱਡੇ ਨਾਂ ਸੀਗੇ ਖਾੜਕੂ ਸਫਾਂ ਦੇ, ਤੇ ਇਸ ਪਰਿਵਾਰ ਦੀ ਜਿਹੜੀ ਆ ਬੜੀ ਵਿਲੱਖਣ ਇਹਨਾਂ ਦੀ ਕੁਰਬਾਨੀ ਆ, ਤੇ ਬੜੀ ਮੁਸ਼ਕਲ ਜ਼ਿੰਦਗੀ ਜਿਹੜੀ ਹੈ ਚੱਲੀ ਹੈ। ਅੱਛਾ, ਲਗਭਗ ਮੇਰਾ ਖਿਆਲ ਇਹ 86 ਦੇ ਵਿੱਚ ਉੱਥੋਂ ਭੱਜੇ ਨੇ ਜੇਲ੍ਹ ਦੇ ਵਿੱਚੋਂ। ਹਾਂਜੀ,
ਇਹ 86 ਤੋਂ ਲੈ ਕੇ ਫਿਰ 91 ਤੱਕ 7 ਸਾਲ ਜਿਹੜੇ ਆ ਭਾਈ ਜੋਗਾ ਸਿੰਘ, ਕਿਉਂਕਿ 86 ਦੇ ਵਿੱਚ ਹੀ ਜੂਨ ਦੇ ਵਿੱਚ ਤੇ ਬਾਬਾ ਰਣਜੀਤ ਸਿੰਘ ਦਿਆਲਗੜ੍ਹ, ਭਾਈ ਮੱਖਣ ਸਿੰਘ ਛਿੱਥ ਤੇ ਭਾਈ ਗੁਰਮੇਜ ਸਿੰਘ ਗੇਜਾ, ਇਹਨਾਂ ਦਾ ਤੇ ਤਿੰਨਾਂ ਦਾ ਮੁਕਾਬਲਾ ਹੋ ਗਿਆ ਸੀ। ਕਾਲੀ ਬਾਹਮਣੀ ਪਿੰਡ ਸੀਗਾ ਬਟਾਲੇ ਦੇ ਨਜ਼ਦੀਕ, ਤੇ ਇਹਨਾਂ ਦਾ ਮਤਲਬ 7 ਸਾਲ ਉਸ ਤੋਂ ਬਾਅਦ ਵਿਚਰਨਾ ਮੈਂ ਸਮਝਦਾ ਇਹ ਇੱਕ ਬੜੀ ਵੱਡੀ ਗੱਲ ਸੀ ਉਸ ਸਮੇਂ 'ਚ। ਨਹੀਂ ਤੇ ਪੁਲਿਸ ਵਾਲਿਆਂ ਦਾ ਸੀਨੀਅਰ ਅਫਸਰਾਂ ਦੇ ਕਈ ਵਾਰੀ ਸੁਣੀਦੇ ਸੀ ਬਿਆਨ ਕਿ ਜਦੋਂ ਕੋਈ ਖਾੜਕੂ ਭਗੌੜਾ ਹੋ ਜਾਂਦਾ ਤੇ ਉਹ 3 ਸਾਲ ਉਹਦੇ ਡਿਕਲੇਅਰ ਕਰ ਦਿੰਦੇ ਸੀ ਵੀ 3 ਸਾਲ 'ਚ ਜਾਂ ਉਹ ਫੜਿਆ ਜਾਏਗਾ ਜਾਂ ਉਹ ਮਾਰਿਆ ਜਾਏਗਾ, ਤੇ ਮੈਕਸੀਮਮ ਸਿੰਘ 3 ਸਾਲ ਹੀ ਕੱਢ ਸਕਿਆ। ਇਸ ਤਰ੍ਹਾਂ ਦੇ ਵੀ ਹਾਲਾਤ ਜਿਹੜੇ ਆ ਉਹ ਰਹੇ ਆ, ਕਿਉਂਕਿ ਇਸ ਤਰ੍ਹਾਂ ਦਾ ਇਹਨਾਂ ਨੇ ਕੋਈ ਇੱਕ ਬਣਾਇਆ ਹੁੰਦਾ ਸੀ ਆਪਣਾ ਪੁਲਿਸ ਅਧਿਕਾਰੀਆਂ ਨੇ। ਇਹ ਪਹਿਲਾਂ ਇਹ ਫੜੇ ਵੀ ਗਏ ਆ ਜੀ, ਹਾਂਜੀ, ਬਾਬਾ ਰਣਜੀਤ ਸਿੰਘ ਹੋਣੀ ਵੀ, ਤੇ ਇਹ ਸਾਰੇ ਜਣੇ ਨਾ ਫੜੇ ਗਏ ਸੀਗੇ ਉੱਥੋਂ ਸਾਦਕ ਕੋਲੋਂ। ਹਾਂਜੀ, ਫਰੀਦਕੋਟ ਜ਼ਿਲ੍ਹੇ 'ਚੋਂ। ਹਾਂਜੀ, ਫਰੀਦਕੋਟ ਜ਼ਿਲ੍ਹੇ ਚੋਂ। ਹਾਂਜੀ, ਇੱਕ ਮਿਰਚੀਆ ਜੱਜ ਸੀ, ਉਹਨੂੰ ਇਹਨਾਂ ਨੇ ਕਾਊਂਟਰ ਕਰਨਾ ਸੀਗਾ। ਹਾਂ, ਉਹ ਕਾਫੀ ਸਿੰਘਾਂ ਉਹ ਤੇ ਪਤਾ ਲੱਗਾ ਵੀ ਉਹਦੇ ਵਿੱਚ ਪੁਲਿਸ ਦੀਆਂ ਵਰਦੀਆਂ ਪਾ ਕੇ ਤੇ ਆਪਣੇ ਇੱਕ ਸਿੰਘ ਨੂੰ ਮੁਜਰਮ ਬਣਾ ਕੇ ਪੇਸ਼ ਕਰਨਾ। ਹਾਂਜੀ ਹਾਂਜੀ, ਉਹ ਥੋੜਾ ਉਹ ਕਿਸੇ ਨੇ ਵਿੱਚੋਂ ਨਾਲ ਵਾਲੇ ਸਿੰਘ ਨੇ ਕਰਤੇ ਮੁਖਬਰੀ, ਉਹ ਇਹਨਾਂ ਦਾ ਨਹੀਂ ਮਤਲਬ ਸਿਰੇ ਨਹੀਂ ਚੜਿਆ ਕਾਂਡ, ਤੇ ਪਰ ਇਹ ਸਾਰੇ ਗ੍ਰਿਫਤਾਰ ਹੋ ਗਏ ਸੀ। ਅੱਛਾ, ਇਹ ਗੱਲ ਦਾ ਮੈਨੂੰ ਪਤਾ, ਜਦੋਂ ਇਹ ਫਰੀਦਕੋਟ ਗ੍ਰਿਫਤਾਰ ਹੋਏ ਨੇ ਉਦੋਂ ਬਾਅਦ ਹੀ ਫਿਰ ਇਹ ਗੁਰਦਾਸਪੁਰ ਆਏ ਸੀਗੇ ਸਾਰੇ। ਹਾਂਜੀ, ਇਹ ਜਦੋਂ ਉੱਥੋਂ ਗ੍ਰਿਫਤਾਰ ਕਰ ਲਿਆ ਨਾ ਇਹਨਾਂ ਨੂੰ ਲੈ ਗਏ ਸੀ ਸੰਗਰੂਰ, ਅੱਛਾ, ਇਹ ਲੰਡਾ ਕੋਠੀ। ਹਾਂ, ਲੱਦਾ ਕੋਠੀ ਇੱਕ ਇੰਟਰੋਗੇਸ਼ਨ ਸੈਂਟਰ ਹੈ ਉੱਥੇ। ਬਹੁਤ ਸੀਗਾ ਜੀ ਉਦੋਂ ਤਾਂ ਮਸ਼ਹੂਰ ਸੀ ਉਹ। ਹਾਂ, ਬਿਲਕੁਲ ਠੀਕ ਹੈ। ਅੰਮ੍ਰਿਤਸਰ ਦਾ ਇੱਕ ਸੈਂਟਰ ਸੀ ਤੇ ਇੱਕ ਹੋਰ ਲੰਡਾ ਕੋਠੀ। ਮਾਲ ਮੰਡੀ ਅੰਮ੍ਰਿਤਸਰ ਤੇ ਲੱਦਾ ਕੋਠੀ ਸੰਗਰੂਰ। ਲੱਦਾ ਕੋਠੀ ਸੰਗਰੂਰ ਸਭ ਤੋਂ ਪਹਿਲੀਆਂ ਦੇ ਵਿੱਚ ਬੜਾ ਮਸ਼ਹੂਰ ਇੱਕ ਕਹਿ ਲਓ ਬੁੱਚੜਖਾਨਾ ਸੀ ਉਹ। ਹਾਂਜੀ, ਉਹਦਾ ਨਾਂ ਤੋਂ ਡਰਦੇ ਸੀ, ਜਿਹਨੂੰ ਉੱਥੇ ਸਿੰਘ ਨੂੰ ਲੈ ਜਾਂਦੇ ਸੀ ਉਹ ਫਿਰ ਬਾਹਰ ਤਾਂ ਹਾਹਾਕਾਰੀ ਮਚ ਜਾਂਦੀ ਸੀ, ਤੇ ਉੱਥੇ ਪਤਾ ਨਹੀਂ ਹੁਣ ਉਹ ਸਿੰਘ ਨਾਲ ਕੀ ਹੋਣਾ। ਇਹਨਾਂ ਨੂੰ ਉੱਥੇ ਸਾਰਿਆਂ ਨੂੰ ਇੰਟਰੋਗੇਟ ਕੀਤਾ। ਹਾਂਜੀ, ਫਿਰ ਕੇਸ ਪਾ ਕੇ ਕਾਫੀ ਫਿਰ ਗੁਰਦਾਸਪੁਰ ਜੇਲ੍ਹ ਚ ਲਿਆਂਦਾ ਇਹਨਾਂ। ਹੋਰ ਕਿਤੇ ਐਸੇ ਥਾਂ ਜਿੱਥੇ ਤੁਹਾਡੀ ਕੋਈ ਭੂਮਿਕਾ ਰਹੀ ਹੋਵੇ ਇਹਨਾਂ ਦੇ ਨਾਲ? ਜ਼ਰੂਰ, ਕਿਉਂਕਿ ਸੰਗਤ ਸਾਰੀ ਜਾਣਨਾ ਚਾਹੁੰਦੀ ਆ ਵੀ ਮਤਲਬ ਤੁਹਾਡੇ ਸਹੁਰਾ ਸਾਹਿਬ ਸ਼ਹੀਦ ਨੇ, ਤੁਹਾਡੇ ਪਤੀ ਸ਼ਹੀਦ ਨੇ, ਔਰ ਤੁਹਾਡੀ ਇੱਕ ਵਿਲੱਖਣ ਭੂਮਿਕਾ, ਉਹਦੇ ਬਾਰੇ ਥੋੜਾ ਕਲੀਅਰ ਕਰੋ। ਔਰ ਜਿਹੜੀ ਗੱਲ ਪੁਲਿਸ ਨੂੰ ਕਲੀਅਰ ਹੈ ਉਹ ਤੇ ਬਿਲਕੁਲ ਟੈਨਸ਼ਨ ਲੈਣ ਦੀ ਲੋੜ ਨਹੀਂ, ਉਹ ਗੱਲ ਕਰਨ ਲੱਗਿਆ। ਹਾਂਜੀ, ਨਹੀਂ ਟੈਨਸ਼ਨ ਤਾਂ ਇੱਦਾਂ ਵੀ ਉਹ ਭੁਗਤ ਵੀ ਲਏ, ਥਾਣਿਆਂ 'ਚ ਵੀ ਜੇਲ੍ਹਾਂ 'ਚ ਵੀ ਰਹੇ ਆ, ਤੇ ਉਹ ਇੱਕ ਦੋ ਮੇਨ ਜਿਵੇਂ ਭਾਈ ਵਰਿਆਮ ਸਿੰਘ ਉਹਨਾਂ ਦਾ ਜਦੋਂ ਸ਼ਹੀਦ ਹੋਏ ਆ, ਭਾਈ ਵਰਿਆਮ ਸਿੰਘ ਖਾਪਿਆਂ ਵਾਲੀ, ਉਦੋਂ ਅਖਾੜੇ ਪਿੰਡ ਉਹਨਾਂ ਨੂੰ ਘੇਰਾ ਪਿਆ ਸੀਗਾ। ਉੱਥੇ ਮੈਂ ਨਾਲ ਸੀ, ਉਹ ਉੱਥੋਂ ਵੀ ਉਹ ਕਾਫੀ ਸਿੰਘਾਂ ਮੇਰੇ ਕਰਕੇ ਬਚਾਅ ਹੋ ਗਿਆ ਸੀ। ਉਦੋਂ 4 ਜ਼ਿਲ੍ਹਿਆਂ ਦੀ ਪੁਲਿਸ ਆਈ ਸੀ ਉੱਥੇ, ਭਾਈ ਵਰਿਆਮ ਸਿੰਘ ਉਹਨਾਂ ਨੂੰ ਬੱਸ ਕਾਂਡ ਹੋ ਗਿਆ ਸੀ ਉਦੋਂ ਪਹਿਲਾਂ। ਹਾਂ, ਮੁਕਤਸਰ ਵਾਲਾ ਬੱਸ ਕਾਂਡ ਹੋ ਗਿਆ ਸੀ। ਉਸ ਤੋਂ ਬਾਅਦ ਫਿਰ ਭਾਈ ਵਰਿਆਮ ਸਿੰਘ ਤੇ ਪੁਲਿਸ ਤੁਹਾਨੂੰ ਪਤਾ ਬਹੁਤ ਜ਼ਿਆਦਾ ਸੀਗੀ। ਉਹਨਾਂ ਇੱਕ ਗੱਲ ਭੈਣ ਜੀ, ਅਕਸਰ ਨਾ ਜਿਹੜੇ ਫੇਸਬੁੱਕ ਇਹ ਨਵੇਂ ਬਣੇ ਨੇ ਨਾ ਖਾੜਕੂ, ਫੇਸਬੁੱਕ ਇਹ ਖਾੜਕੂ, ਉਹ ਕਿਤੇ ਇਹ ਗੱਲ ਕਹਿ ਦਿੰਦੇ ਨੇ ਵੀ ਇਹ ਜਿਹੜੇ ਬੱਸ ਕਾਂਡ ਹੋਏ ਸੀ ਇਹ ਸਰਕਾਰੀ ਬੰਦੇ ਸੀ ਜਿਨ੍ਹਾਂ ਨੇ ਕੀਤੇ ਸੀ। ਇਹ ਗੱਲ ਜਿਹੜੀ ਆ ਵੀ ਕਿਤੇ ਨਾ ਕਿਤੇ ਅੱਜ ਕਲੀਅਰ ਕਰੋ, ਕਿਉਂਕਿ ਮੁਕਤਸਰ ਬੱਸ ਕਾਂਡ ਦੇ ਵਿੱਚ ਭਾਈ ਤਰਸੇਮ ਸਿੰਘ ਕੁਹਾੜ ਸੀ, ਹਾਂਜੀ, ਬਲਜੀਤ ਪੱਪੂ ਅਰਜਨਪੁਰੀਆ ਸੀ, ਹਰਜਿੰਦਰ ਸਿੰਘ ਜਿੰਦਾ ਅਰਜਨਪੁਰੀਆ ਸੀ, ਹਾਂਜੀ, ਭਾਈ ਵਰਿਆਮ ਸਿੰਘ ਖਾਪਿਆਂ ਵਾਲੀ ਸੀਗੇ ਉਹਦੇ ਵਿੱਚ। ਵੀ ਇਹ ਕਿਹੜੀਆਂ ਕਾਰਵਾਈਆਂ ਸੀ, ਕਿਸ ਗੁੱਸੇ 'ਚ ਕੀਤੀਆਂ ਗਈਆਂ? ਕੀ ਦਿੱਲੀ ਜਿਹੜੇ ਨਸਲਕੁਸ਼ੀ ਹੋਈ, ਸਿੱਖ ਮਾਰੇ ਗਏ ਟਾਇਰ ਪਾ ਕੇ, ਉਹਦੇ ਗੁੱਸੇ ਵਜੋਂ ਹੋਇਆ? ਦਰਬਾਰ ਸਾਹਿਬ ਤੇ ਹਮਲੇ ਦੇ ਗੁੱਸੇ ਵਜੋਂ ਹੋਇਆ? ਵਾਕਿਆ ਇਹ ਖਾੜਕੂ ਕਾਰਵਾਈਆਂ ਸੀ? ਹਾਂਜੀ, ਇਹ ਖਾੜਕੂ ਕਾਰਵਾਈਆਂ ਸੀ, ਤੇ ਇਹਦੇ 'ਚ ਉਹਨਾਂ ਦਾ ਕੋਈ ਕਿਸੇ ਨਾਲ ਵੈਰ ਤਾਂ ਹੈ ਨਹੀਂ ਸੀਗਾ। ਇੱਕ ਸ਼ਿਵ ਸੈਨਾ ਦੇ ਸੀਗੇ ਉੱਥੋਂ ਦੇ ਜੀ, ਲੋਕਲ ਮੁਕਤਸਰ ਦੇ, ਉਹ ਬਹੁਤ ਤੰਗ ਕਰਦੇ ਹੁੰਦੇ ਸੀਗੇ। ਉਹਨਾਂ ਦਾ ਕਰਕੇ ਫਿਰ ਮਤਲਬ ਇਹਨਾਂ ਨੂੰ ਵਿੱਚ ਉਹਦੇ ਸੀਗੇ ਇਹੋ ਜਿਹੇ ਜਿਹੜੇ ਮਤਲਬ ਸਿੱਧੇ ਤੌਰ ਤੇ ਸਿੱਖ ਧਰਮ ਦੇ ਨਾਲ ਉਹਨਾਂ ਦਾ ਵੈਰ ਸੀਗਾ। ਹਾਂਜੀ, ਮਤਲਬ ਕਿਤੇ ਨਾ ਕਿਤੇ ਇਹ ਐਸੀਆਂ ਕਾਰਵਾਈਆਂ ਸੀਗੀਆਂ। ਕਈ ਵਾਰੀ ਇਸ ਗੱਲ ਦਾ ਅਸੀਂ ਗੱਲ ਕਰ ਦਿੰਦੇ ਹਾਂ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਸਰਹੰਦ ਤੇ ਚੜ੍ਹ ਕੇ ਆਏ ਨੇ ਤੇ ਫਿਰ ਉਹਨਾਂ ਨੇ ਵੀ ਉੱਥੇ ਸੁਹਾਗਾ ਫੇਰਿਆ, ਤੇ ਇਹ ਇੱਕ ਗੁੱਸੇ 'ਚ ਕੀਤੀਆਂ ਗਈਆਂ ਉਹ ਕਾਰਵਾਈਆਂ ਸੀ। ਚਾਹੇ ਉਹ ਸ਼ੀਨਾ ਬੱਸ ਕਾਂਡ ਸੀ, ਚਾਹੇ ਉਹ ਮੁਕਤਸਰ ਵਾਲਾ ਬੱਸ ਕਾਂਡ ਸੀ, ਚਾਹੇ ਉਹ ਲਾਲੜੂ ਫਤਿਆਬਾਦ ਵਾਲੇ ਬੱਸ ਕਾਂਡ ਸੀਗੇ, ਇਹ ਗੁੱਸੇ 'ਚ ਕੀਤੀਆਂ ਗਈਆਂ ਕਾਰਵਾਈਆਂ ਸੀਗੀਆਂ। ਬੇਸ਼ੱਕ ਸ਼ਾਇਦ ਸਾਡੇ ਗੁਰੂ ਸਾਹਿਬ ਦੇ ਅਸੂਲਾਂ ਦੇ ਸ਼ਾਇਦ ਇਹ ਅਨੁਕੂਲ ਨਾ ਵੀ ਹੋਣ, ਕਿਉਂਕਿ ਨਿਹੱਥੇ 'ਤੇ ਵਾਰ ਕਰਨਾ ਜਾਂ ਐਵੇਂ ਕਿਸੇ ਨੂੰ ਮਾਰਨਾ ਸਤਿਗੁਰੂ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੇ ਸਾਨੂੰ। ਪਰ ਉਸ ਵਕਤ ਗੁੱਸਾ ਸੀ, ਰੋਹ ਸੀ, ਜੋ ਦਰਬਾਰ ਸਾਹਿਬ ਦੇ ਵਿੱਚ ਆਰਮੀ ਨੇ ਕੀਤਾ, ਜੋ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਨਸਲਕੁਸ਼ੀ ਕੀਤੀ ਆ ਬੇਕਸੂਰ ਲੋਕਾਂ ਨੂੰ, ਉਸ ਗੁੱਸੇ 'ਚ ਕੀਤੀਆਂ ਗਈਆਂ ਕਾਰਵਾਈਆਂ ਸੀ। ਹਾਂਜੀ, ਇਹ ਤਾਂ ਵੀ ਉਹਨਾਂ ਦੀ ਜਿਹੜੀ ਕਾਰਵਾਈ ਸਿੰਘਾਂ ਦੀ ਸ਼ਾਇਦ ਨਹੀਂ ਵੀ ਠੀਕ ਲੱਗਦੀ, ਪਰ ਉਸ ਟਾਈਮ ਤੇ ਹਾਲਾਤ ਇਸ ਤਰ੍ਹਾਂ ਦੇ ਹੀ ਸਿੰਘਾਂ ਦੇ ਸਾਹਮਣੇ ਕਿ ਜਿਸ ਤਰੀਕੇ ਨਾਲ ਕੌਮ ਮਤਲਬ ਇੱਕ ਬਹੁਤ ਜ਼ਿਆਦਾ ਵੱਡਾ ਮਤਲਬ
ਡਿਮੋਰਲਾਈਜ਼ ਜੀ ਹੋਈ ਸੀ ਕੌਮ, ਤੇ ਆਪਣੀ ਹੋਂਦ ਦਰਸਾਉਣ ਲਈ ਵੀ ਕਿਤੇ ਇਹ ਗੱਲ ਕੀਤੀ ਗਈ ਵੀ ਕੋਈ ਗੱਲ ਨਹੀਂ ਅਸੀਂ ਜਿਉਂਦੇ ਹਾਂ, ਕਿਉਂਕਿ ਸ਼ੀਨਾ ਕਾਂਡ ਤੇ ਕੁਝ ਮਹੀਨਿਆਂ ਬਾਅਦ ਹੀ ਹੋ ਗਿਆ ਸੀ ਨਾ। ਇਹ ਜਿਹੜੀਆਂ ਵੱਡੀਆਂ ਕਾਰਵਾਈਆਂ ਸੀ ਨੇ, ਇਹ ਸਿੰਘਾਂ ਦੇ ਜ਼ੁਲਮ ਦਾ ਨਹੀਂ, ਇਹ ਸਿੰਘਾਂ ਦੇ ਜੋਸ਼ ਦਾ ਤੇ ਇੱਕ ਹਕੂਮਤ ਦੇ ਖਿਲਾਫ ਸੀ। ਜੇ ਆਪਾਂ ਕਹਿ ਲਈਏ ਨਾ ਜੀ ਵੀ ਫਲਾਣੇ ਕਿਸੇ ਜਾਂ ਪੁਲਿਸ ਵਾਲੇ ਦੇ ਜਾਂ ਕਿਸ ਤਰ੍ਹਾਂ ਇਸ ਤਰ੍ਹਾਂ ਦਾ ਕਿਸੇ ਦੇ ਖਿਲਾਫ ਨਹੀਂ ਸੁਣੋ, ਇਹ ਤੇ ਉਸ ਟਾਈਮ ਦੀ ਜਿਹੜੀ ਹਕੂਮਤ ਸੀ ਜਿਹਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕੀਤਾ, ਉਹਦੇ ਸਿਸਟਮ ਦੇ ਖਿਲਾਫ ਸੀ ਸਾਰਾ ਕੁਝ, ਉਹਦੇ ਸਿਸਟਮ ਦੇ ਖਿਲਾਫ ਹੀ ਉਹ ਲੜਦੇ ਸੀ। ਉਹ ਕਹਿ ਲਓ ਕਿ ਸਮੇਂ ਦੀ ਸਰਕਾਰ ਵੱਲੋਂ ਕੀਤੀਆਂ ਗਈਆਂ ਗਲਤੀਆਂ ਦਾ ਖਮਿਆਜ਼ਾ ਨਿਰਦੋਸ਼ ਹਿੰਦੂਆਂ ਨੂੰ ਵੀ ਭੁਗਤਣਾ ਪਿਆ, ਸਾਡੇ ਨਿਰਦੋਸ਼ ਸਿੱਖ ਭੈਣ ਭਰਾਵਾਂ ਨੂੰ ਵੀ ਭੁਗਤਣਾ ਪਿਆ, ਨਿਰਦੋਸ਼ ਸਿੱਖ ਸੰਗਤਾਂ ਨੂੰ ਵੀ ਭੁਗਤਣਾ ਪਿਆ ਜਿਹੜੀਆਂ ਦਰਬਾਰ ਸਾਹਿਬ ਦੇ ਅੰਦਰ ਗੁਰੂ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਆਈਆਂ ਸੀਗੀਆਂ। ਇਹ ਖਮਿਆਜ਼ਾ ਜਿਹੜਾ ਵਾ, ਗਲਤੀ ਜਿਹੜੀ ਸਰਕਾਰ ਦੀ ਸੀ, ਸਮੇਂ ਦੀ ਸਰਕਾਰ ਵੱਲੋਂ ਜਿਹੜੀ ਬੱਜਰ ਗਲਤੀ ਕੀਤੀ ਗਈ ਦਰਬਾਰ ਸਾਹਿਬ ਤੇ ਹਮਲੇ ਦੇ ਵਿੱਚ, ਉਹਦਾ ਇੱਕ ਕਹਿ ਲਓ ਵੀ ਇੱਕ ਪ੍ਰਤੀਕਰਮ ਸੀਗਾ। ਇਹ ਬਿਲਕੁਲ ਸਰਕਾਰ ਦੇ ਖਿਲਾਫ ਪ੍ਰਤੀਕਰਮ ਸੀ। ਸਰਕਾਰ ਨੇ ਜਿਹੜਾ ਮਤਲਬ ਇੰਨਾ ਵੱਡਾ ਜ਼ੁਲਮ ਕੀਤਾ ਸੀ ਨਾ, ਉਸੇ ਦਾ ਹੀ ਪ੍ਰਤੀਕਰਮ ਸੀ। ਤੇ ਜਿਹਦੇ 'ਚ ਸਾਡੇ ਸਿੱਖ ਵੀ ਮਾਰੇ ਗਏ ਦਰਬਾਰ ਉੱਥੇ ਦਿੱਲੀ ਹੋਰ ਕਈਆਂ ਥਾਵਾਂ ਤੇ ਉਹਦੇ 'ਚ ਸਾਡੇ ਜਿਹੜੇ ਹੋਰ ਤਬਕਿਆਂ ਦੇ ਭੈਣ ਭਰਾ ਏ ਉਹਨਾਂ ਨੂੰ ਵੀ ਕਾਫੀ ਸਜ਼ਾਵਾਂ ਮਿਲੀਆਂ, ਔਰ ਸਮੁੱਚੇ ਪੰਜਾਬ ਨੂੰ ਹੀ ਉਸ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ ਜੀ। ਸਰਕਾਰ ਦੀ ਇੱਕ ਹੈਂਕੜੀ ਜਿਹੜੀ ਸੀ ਨਾ, ਜਿਹੜੀ ਉਹਨਾਂ ਨੇ ਗੁਰੂ ਨਾਲ ਮੱਥਾ ਲਾਇਆ, ਉਹਦਾ ਸਜ਼ਾ ਸਾਰਿਆਂ ਨੂੰ ਭੁਗਤਣੀ ਪਈ। ਆਪਾਂ ਸਿੱਖਾਂ ਨੂੰ ਵੀ ਭੁਗਤਣੀ ਪਈ ਤੇ ਦੂਸਰਿਆਂ ਨੂੰ ਵੀ ਭੁਗਤਣੀ ਪਈ। ਅੱਛਾ, ਦੋਸ਼ ਉਹਨਾਂ ਦਾ ਵੀ ਕੋਈ ਨਹੀਂ ਸੀ, ਜਿਹੜੇ ਪਰਿਵਾਰ ਉਜੜਿਆ ਨਾ ਉਹਨਾਂ ਦਾ ਵੀ ਅਫਸੋਸ ਹਰੇਕ ਸਿੰਘ ਨੂੰ ਰਿਹਾ, ਪਰ ਜਦੋਂ ਕੋਈ ਹਾਲਾਤ ਕਿਸੇ ਦੇ ਸਾਹਮਣੇ ਕਰ ਹੀ ਇਸ ਤਰ੍ਹਾਂ ਦੇ ਦਿੱਤੇ ਹਕੂਮਤ ਨੇ, ਤੇ ਫਿਰ। ਅੱਛਾ ਭੈਣ ਜੀ, ਇੱਕ ਗੱਲ ਅਸੀਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਭਈ ਭਾਈ ਜੋਗਾ ਸਿੰਘ ਦੀ ਜਿਹੜੀ ਇੱਕ ਵੱਡੀ ਕਾਰਵਾਈ ਤੇ ਸੀ ਵੀ ਜਿੱਥੇ ਅਖਾੜਾ ਸ਼ਹੀਦ ਹੁੰਦਾ, ਸਾਰੀ ਪਿੰਡ ਉੱਧਰ ਕਲਾਨੌਰ ਸੈਕਟਰ ਦੇ ਵਿੱਚ ਪੈਂਦਾ ਪਿੰਡ ਉਹ, ਤੇ ਉੱਥੋਂ ਮੁਕਾਬਲੇ 'ਚੋਂ ਬਚ ਕੇ ਨਿਕਲੇ, ਜੇਲ੍ਹ 'ਚੋਂ ਭੱਜ ਜਾਣਾ ਇੱਕ ਵੱਡੀ ਗੱਲ ਸੀਗੀ। ਉਸ ਤੋਂ ਬਾਅਦ ਕੋਈ ਹੋਰ ਵੱਡੀ ਕਾਰਵਾਈ ਦਾ ਜੇ ਕੋਈ ਤੁਹਾਡੇ ਕੋਲ ਜ਼ਿਕਰ ਹੋਵੇ ਤਾਂ ਜ਼ਰੂਰ ਕਰੋ। ਇਹ ਜਿਹੜਾ ਸਰਾਲੀ ਹੋਇਆ ਨਾ, ਮੁਕਾਬਲਾ ਹੋਇਆ ਸੀ ਉੱਥੇ, ਉਹਦੇ 'ਚ ਉਹ ਬਚੇ ਨਹੀਂ ਸੀ, 2 ਸਿੰਘ ਸ਼ਹੀਦ ਹੋ ਗਏ ਸੀਗੇ। ਇੱਕ ਤੇ ਹਰਜਿੰਦਰ ਸਿੰਘ ਖਾੜਾ, ਇੱਕ ਹੋਰ ਸਿੰਘ ਸ਼ਹੀਦ ਹੋ ਗਿਆ ਸਿੰਘ ਸੀਗਾ ਵਿੰਜਵਾਂ ਦਾ, ਜਸਪਾਲ ਸਿੰਘ ਸ਼ਾਇਦ ਉਹਨਾਂ ਦਾ ਨਾਂ, ਤੇ ਉਹ ਸੀ। 2 ਸਿੰਘ ਸ਼ਹੀਦ ਹੋ ਗਏ ਤੇ 2 ਜਣੇ ਇਹ ਜ਼ਖਮੀ ਹੋ ਕੇ ਫੜੇ ਗਏ ਸੀ। ਅੱਛਾ, ਇਹ ਭਾਈ ਜੋਗਾ ਸਿੰਘ ਹੁਣੀ ਉੱਥੇ ਗ੍ਰਿਫਤਾਰ ਕਰ ਲਏ ਗਏ ਸੀ? ਹਾਂਜੀ, ਗ੍ਰਿਫਤਾਰ ਕਰ ਲਈ ਸੀ। ਇਹਨਾਂ ਨੂੰ ਗ੍ਰਿਫਤਾਰ ਕਰਕੇ ਜ਼ਖਮੀ ਹੋ ਗਏ ਸੀ ਕਾਫੀ ਇਹ 2 ਜਣੇ। ਇੱਕ ਇਹਨਾਂ ਦੇ ਨਾਲ ਖਜਾਨ ਸਿੰਘ ਲੱਧੂਵਾਲ ਦਾ ਸੀਗਾ ਤੇ ਇੱਕ ਇਹ ਸੀ। ਇਹਨਾਂ ਨੂੰ ਗ੍ਰਿਫਤਾਰ ਕਰਕੇ ਫਿਰ ਥਾਣੇ ਧਾਰੀਵਾਲ ਥਾਣੇ 'ਚ ਲੈ ਗਏ ਸੀ। ਉੱਥੋਂ ਇਹ ਬਚੇ ਨਹੀਂ, ਇਹਨਾਂ ਦਾ ਬਚਾਅ ਨਹੀਂ ਹੋਇਆ, ਇਹ ਫੜੇ ਗਏ ਸੀ ਉੱਥੇ। ਅੱਛਾ, ਉੱਥੋਂ ਫੜ ਕੇ ਫਿਰ ਜੇਲ੍ਹ ਭੇਜਤਾ ਦੁਬਾਰਾ? ਹਾਂਜੀ, ਉੱਥੋਂ ਇਹ ਕਾਫੀ ਫਿਰ ਇਹਨਾਂ 'ਤੇ ਕੇਸ ਵੀ ਪਾ ਕੇ ਫਿਰ ਇਹਨਾਂ ਨੂੰ ਸੰਗਰੂਰ ਜੇਲ੍ਹ 'ਚ ਭੇਜਿਆ ਸੀ। ਇਹਨਾਂ ਨੂੰ ਉੱਥੇ ਨਹੀਂ, ਇਹ ਜਿਹੜੀ ਕਾਰਵਾਈ ਹੋਈ ਹੈ ਨਾ ਹਰਾਲੀ ਪੁਲ ਵਾਲੀ, ਇਹ ਜੇਲ੍ਹ ਤੋਂ ਬਾਅਦ 'ਚ ਹੋਈ ਹੈ। ਹਾਂ, ਜੇਲ੍ਹ ਤੋਂ ਭੱਜਣ ਤੋਂ ਬਾਅਦ 'ਚ ਹੀ ਹੋਈ ਹੈ ਨਾ, ਇਸ ਛੇਤੀ ਬਾਅਦ ਹੀ ਹੋ ਗਈ ਸੀ। ਹਾਂਜੀ, ਇਹ ਬਾਅਦ 'ਚ ਹੋਈ ਹੈ। ਉਦੋਂ ਫਿਰ ਕਿਉਂਕਿ ਕਾਕਾ ਨਾਲ ਸੀ ਜੇਲ੍ਹ ਕਾਂਡ 'ਚ, ਤਾਂ ਕਾਕਾ ਨਾਲ ਸੀਗਾ, ਉਸ ਹਰਾਲੀ ਪੁਲ ਤੇ ਫਿਰ ਸ਼ਹੀਦ ਹੋ ਗਿਆ ਸੀ। ਇਹ ਕਾਰਵਾਈ ਬਾਅਦ 'ਚ ਹੋਈ ਹੈ। ਤੇ ਉਸ ਤੋਂ ਹੋਰ ਕੋਈ ਵੱਡੀ ਕਾਰਵਾਈ ਕਰੀ ਗਏ ਜੀ। ਕਈਆਂ ਚੀਜ਼ਾਂ ਦਾ ਮੈਨੂੰ ਨਹੀਂ ਪਤਾ, ਮੇਰੇ ਆਪਣੇ ਕਾਂਡ ਮੇਰੇ ਕੋਲ ਆਪਣੇ ਕੋਲ ਹੀ ਨਹੀਂ ਸੰਭਾਲੇ ਜਾਂਦੇ ਸੀ, ਕਿਉਂਕਿ ਮੈਂ ਇਸੇ ਤਰ੍ਹਾਂ ਨਹੀਂ ਸੀ ਕਿ ਵੀ ਇਕੱਲੀ ਮੈਂ ਇਹਨਾਂ ਦੇ ਨਾਲ ਹੀ ਵਿਚਰਦੀ ਸੀ। ਮੇਰੇ ਆਪਣੇ ਹੋਰ ਸਿੰਘਾਂ ਦੇ ਨਾਲ ਮੇਰਾ ਕਾਫੀ ਤਾਲਮੇਲ ਰਹਿੰਦਾ ਸੀ। ਉਹ ਮੇਰੀਆਂ ਆਪਣੀਆਂ ਡਿਊਟੀਆਂ ਜਿਹੜੀਆਂ ਸੀ ਮੈਂ ਉਹ ਵੀ ਨਿਭਾਉਂਦੀ ਸੀਗੀ। ਇੱਕ ਇਹਨਾਂ ਦੀ ਵੱਡੀ ਕਾਰਵਾਈ ਦਾ ਜ਼ਿਕਰ ਜਿਹੜਾ ਮੈਂ ਤੁਹਾਡੇ ਨਾਲ ਕਰ ਦਿੰਦਾ, ਕਿਉਂਕਿ ਡੇਰਾ ਬਾਬਾ ਨਾਨਕ ਤੋਂ ਅੰਮ੍ਰਿਤਸਰ ਨੂੰ ਇੱਕ ਟ੍ਰੇਨ ਚੱਲਦੀ ਆ, ਤੇ ਰਸਤੇ ਦੇ ਵਿੱਚ ਫਤਿਹਗੜ੍ਹ ਚੂੜੀਆਂ ਤੋਂ ਅੱਗੇ ਇੱਕ ਕੋਟਲਾ ਗੁੱਜਰਾਂ ਰੇਲਵੇ ਸਟੇਸ਼ਨ ਆਉਂਦਾ, ਜਿੱਥੇ ਉਦੋਂ RPF ਵਾਲਿਆਂ ਕੋਲੋਂ ਇਹਨਾਂ ਨੇ ਰਫਲਾਂ ਖੋਲੀਆਂ ਸੀਗੀਆਂ, ਉਹ ਸਾਰੇ ਪੁਲਿਸ ਮੁਲਾਜ਼ਮ ਮਾਰ ਕੇ। ਤੇ ਉਦੋਂ ਵੀ ਇਹ ਬੜਾ ਵੱਡਾ ਕਾਂਡ ਸੀ, ਕਿਉਂਕਿ ਸੈਂਟਰ ਗਵਰਨਮੈਂਟ ਨਾਲ ਪੰਗਾ ਸੀ ਸਿੱਧਾ ਹੀ ਇੱਕ ਹਿਸਾਬ ਨਾਲ। ਤੇ ਉਦੋਂ ਭਾਈ ਤਰਸੇਮ ਸਿੰਘ ਕੁਹਾੜ, ਭਾਈ ਜੋਗਾ ਸਿੰਘ ਤੇ ਇਹ ਸਾਰੇ ਸਿੰਘ ਉਹ ਨਾਲ ਸੀਗੇ ਸਾਡੇ ਇਲਾਕੇ ਦੇ ਵਿੱਚ। ਇਹਨਾਂ ਨੇ ਇੱਕ ਇਹ ਵੱਡੀ ਕਾਰਵਾਈ ਸੀਗੀ ਇਹਨਾਂ ਦੀ। ਹਾਂਜੀ, ਕਾਫੀ ਟਾਈਮ ਹੋ ਗਿਆ, ਕਈ ਗੱਲਾਂ ਮੇਰੇ ਦਿਮਾਗ 'ਚੋਂ ਨਿਕਲ ਜਾਂਦੀਆਂ। ਹਾਂ, ਇਹ ਵੀ ਉਦੋਂ ਕਾਰਵਾਈ ਇਹਨਾਂ ਨੇ ਕਾਫੀ ਵੱਡੀ ਕੀਤੀ ਸੀ। ਤੇ ਹੋਰ ਵੀ ਕਿੰਨੇ ਕਾਂਡ ਹੈ ਜਿਹੜੇ ਕਰਦੇ ਸੀਗੇ, ਭਾਈ ਦਰਸੇਮ ਸਿੰਘ ਕੁਹਾੜ, ਬਾਬਾ ਰਣਜੀਤ ਸਿੰਘ ਹੁਣੀ, ਸਾਰਿਆਂ ਦੇ ਕਾਫੀ ਯੋਗਦਾਨ ਸੀਗਾ, ਤੁਹਾਨੂੰ ਪਤਾ ਹੀ ਹੈ, ਉੱਗੇ ਨਾਂ ਸੀ ਪੰਜਾਬ ਦੇ। ਅੱਛਾ ਭੈਣ ਜੀ, ਵੱਡਾ ਤੁਹਾਡਾ ਯੋਗਦਾਨ ਆ, ਤੁਸੀਂ ਸੇਵਾ ਬੜੀ ਵੱਡੀ ਕੀਤੀ ਆ। ਕਿਤੇ ਨਾ ਕਿਤੇ ਸੰਗਤ ਨੇ, ਕਿਉਂਕਿ ਦਰਬਾਰ ਸਾਹਿਬ 'ਚ ਵੀ ਸ਼ਹੀਦ ਤੁਹਾਡੇ ਸਹੁਰਾ ਸਾਹਿਬ, ਤੇ ਕਿਤੇ ਨਾ ਕਿਤੇ ਜੋ ਫਰਜ਼ ਬਣਦੇ ਸੀਗੇ ਲੱਗਦਾ ਸੀਗਾ ਸੰਗਤ ਨੂੰ ਨਿਭਾਉਣੇ ਚਾਹੀਦੇ ਆ, ਜਾਂ ਕੁਛ ਜਿਹੜੇ ਪਰਿਵਾਰ ਜਾਂ ਕੁਛ ਸੰਸਥਾਵਾਂ, ਤੇ ਵਾਕਿਆ ਹੀ ਉਹ ਪਹੁੰਚਦੇ ਰਹੇ ਕਿਤੇ ਔਖੇ ਸੌਖੇ ਵੇਲੇ ਘਰ 'ਚ? ਨਹੀਂ ਜੀ। ਅੱਛਾ, ਹੁਣ ਇੰਟਰਵਿਊ ਤੋਂ ਬਾਅਦ ਪਤਾ ਲੱਗਾ ਪਰਿਵਾਰ ਦਾ?
ਹਾਂਜੀ ਕਿਸੇ ਨੂੰ ਜਦੋਂ ਜੋਗਾ ਸਿੰਘ ਸ਼ਹੀਦ ਹੋ ਗਿਆ ਹਾਂਜੀ ਤੇ ਮੈਂ ਵੀ ਜੇਲ੍ਹ 'ਚ ਰਹੀ ਹਾਂ ਤੇ ਜਦੋਂ ਘਰੇ ਆ ਗਈ ਬਾਅਦ 'ਚ ਤੇ ਭੁੱਲ ਹੀ ਗਿਆ ਜੀ ਵੀ ਜਿਵੇਂ ਬੀਬੀ ਗੁਰਵਿੰਦਰ ਕੌਰ ਵੀ ਕੋਈ ਹੈਗੀ ਹੈ ਜਾਂ ਜੋ ਤੁਸੀਂ ਕਿਹੜੀ ਜੇਲ੍ਹ 'ਚ ਰਹੇ ਹੋ ਤੇ ਕਿੰਨਾ ਚਿਰ ਰਹੇ ਹੋ? ਮੈਂ ਜੇਲ੍ਹ 'ਚ ਰਹੀ ਹਾਂ ਜੀ ਸੰਗਰੂਰ 'ਚ ਗੁਰਦਾਸਪੁਰ ਵੀ ਰਹੀ ਹਾਂ 2 ਦਿਨ, ਫਿਰ ਇਹਨਾਂ ਮੈਨੂੰ ਰੱਖਿਆ ਨਹੀਂ ਸੀ ਇੱਥੇ। ਅੰਮ੍ਰਿਤਸਰ ਜੇਲ੍ਹ 'ਚ ਵੀ ਰਹੀ ਹਾਂ ਮੈਂ। ਠੀਕ ਹੈ। ਅੰਮ੍ਰਿਤਸਰ ਜੇਲ੍ਹ 'ਚ ਰੱਖਿਆ ਸੀ ਮੈਨੂੰ ਜਦੋਂ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੋਹਰੀ ਵਾਰ ਸੇਵਾ ਕੀਤੀ ਹੈ ਨਾ ਆਪ ਸਿੰਘਾਂ ਨੇ, ਉਦੋਂ ਬੀਬੀ ਵਿਮਲ ਕੌਰ ਖਾਲਸਾ ਦੀ ਅਗਵਾਈ ਵਿੱਚ ਉਹ ਟੱਪ ਲਾਇਆ ਸੀਗਾ। ਉਸ ਦਿਨ ਇੱਕ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦਾ ਇਹਨਾਂ ਨਾਲ ਝਗੜਾ ਹੋ ਗਿਆ ਸੀ, ਖੜਕੂ ਜਥੇਬੰਦੀਆਂ ਦਾ ਕਾਫੀ ਇਕੱਠ ਸੀ ਉਸ ਦਿਨ ਇੱਕ ਟਾਸਕ ਫੋਰਸ ਦਾ ਜਵਾਨ ਮਾਰਿਆ ਗਿਆ ਸੀਗਾ ਤੇ ਉਹ ਕੇਸ ਪਾਇਆ ਸੀ ਸਾਡੇ ਤੇ, ਬੀਬੀਆਂ ਕਾਫੀ ਤੇ ਪਾਤਾ ਸੀ, ਸਿੰਘਾਂ ਤੇ ਵੀ ਪਾਇਆ ਸੀ। ਉਦੋਂ ਫਿਰ ਮੈਂ ਅੰਮ੍ਰਿਤਸਰ ਜੇਲ੍ਹ 'ਚ ਵੀ ਰਹੀ ਹਾਂ। ਉਹ 2-2.5 ਸਾਲ ਸਾਡੇ ਤੇ ਕੇਸ ਚੱਲਦਾ ਰਿਹਾ ਕਦੋਂ ਦਾ, ਬਾਅਦ 'ਚ ਬਰੀ। ਹਾਂਜੀ ਤੇ ਕੁੱਲ ਮਿਲਾ ਕੇ ਕਿੰਨੀ ਕੁ ਜੇਲ੍ਹ ਕੱਟੀ ਹੈ ਤੁਸੀਂ? ਹੋ ਗਏ 2-2.5 ਸਾਲ ਤਾਂ ਬਣ ਹੀ ਜਾਂਦੇ ਆ ਜੀ। ਹਾਂਜੀ ਹਾਂਜੀ ਫਿਰੋਜ਼ਪੁਰ ਜੇਲ੍ਹ 'ਚ ਵੀ ਰਹੀ ਹਾਂ ਮੈਂ, ਸੰਗਰੂਰ ਵੀ ਰਹੀ ਹਾਂ ਤੇ ਅੰਮ੍ਰਿਤਸਰ ਵੀ ਰਹੀ ਹਾਂ। ਠੀਕ ਹੈ। ਹਾਂਜੀ ਤੇ ਮਗਰ ਕੋਈ ਜਥੇਬੰਦੀ ਜਾਂ ਕੋਈ ਕੋ ਪਹੁੰਚਦਾ ਰਿਹਾ ਜੇਲ੍ਹ ਦੇ ਵਿੱਚ, ਕਿਉਂਕਿ ਜੇਲ੍ਹ 'ਚ ਜਿੰਨਾ ਚਿਰ ਮਗਰ ਨਾ ਕੋ ਪਹੁੰਚੇ ਤਾਂ ਵੀ ਜੇਲ੍ਹ ਕੱਟਣੀ ਬੜੀ ਔਖੀ ਹੁੰਦੀ ਆ। ਹਾਂ ਨਹੀਂ ਜੇਲ੍ਹ ਤਾਂ ਕੋਈ ਦਿੱਕਤ ਨਹੀਂ ਆਉਂਦੀ ਸੀ ਮੈਨੂੰ, ਕਿਉਂਕਿ ਮੈਂ ਸੰਗਰੂਰ ਜੇਲ੍ਹ 'ਚ ਰਹੀ ਹਾਂ ਜ਼ਿਆਦਾ ਤੇ ਉੱਥੇ ਸਿਕਿਉਰਿਟੀ ਜੇਲ੍ਹ ਸੀਗੀ, ਸਿੰਘ ਵੱਡੇ ਵੱਡੇ ਨਾਮੀ ਸਿੰਘ ਉੱਥੇ ਹੀ ਸੀ ਸਾਰੇ, ਜਿਵੇਂ ਭਾਈ ਮਨਵੀਰ ਸਿੰਘ ਚੋਹੇੜੂ ਉਹ ਉਸ ਟਾਈਮ ਤੇ ਉੱਥੇ ਸੀ, ਲੰਗੋਵਾਲ ਕਾਂਡ ਦੇ ਸਾਰੇ ਸਿੰਘ ਉੱਥੇ ਸੀਗੇ ਤੇ ਇਹ ਸਿੰਘ ਦਾ ਨਾਲ ਮੇਰਾ ਕਾਫੀ ਸੀਗਾ, ਕਿਉਂਕਿ ਸਾਡੀ ਜਿਹੜੀ ਤਾਂ ਅਸੀਂ ਨਾਲ ਲੰਗੋਵਾਲ ਕਾਂਡ ਦੇ ਸਿੰਘ ਸਾਰੇ ਸੀਗੇ, ਭਾਈ ਗਿਆਨ ਸਿੰਘ ਹੋਣੀ ਸਾਰੇ, ਤੇ ਉਹ ਉਦੋਂ ਮੈਨੂੰ ਉੱਥੇ ਸਾਨੂੰ ਜੇਲ੍ਹ 'ਚ ਕੋਈ ਦਿੱਕਤ ਨਹੀਂ ਆਉਂਦੀ ਸੀਗੀ। ਠੀਕ ਠੀਕ, ਮਤਲਬ ਉੱਥੇ ਚਲੋ ਸਾਰੀਆਂ ਵੱਡੀਆਂ ਜਥੇਬੰਦੀਆਂ ਦੇ ਸਿੰਘ ਸੀਗੇ ਵੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪ੍ਰੋਬਲਮ ਅੰਦਰ ਤਾਂ ਨਹੀਂ ਆਈ। ਤੇ ਕੇਸ ਜਿਹੜਾ ਤੁਹਾਡੇ ਤੇ ਪਾਇਆ ਗਿਆ ਇਹਦੇ ਲਈ ਵਕੀਲਾਂ ਨੂੰ ਫੀਸ ਕੌਣ ਦਿੰਦਾ ਸੀ? ਨਹੀਂ ਅਸੀਂ ਨਹੀਂ ਫੀਸ ਦਿੱਤੀ ਜੀ, ਉਹ ਮਤਲਬ ਉਦੋਂ ਮਗਰ ਸਿੰਘ ਹੀ ਕਰਦੇ, ਜਥੇਬੰਦੀਆਂ ਹੀ ਕਰਦੇ? ਹਾਂਜੀ ਉਸ ਟਾਈਮ ਤੇ ਤਾਂ ਸਿੰਘ ਕਰਦੇ ਰਹੇ, ਬਾਅਦ 'ਚ ਆਪ ਜਦੋਂ ਤਰੀਕਾਂ ਤਰੂਕਾਂ ਤੇ ਜਾਈਦਾ ਸੀ ਤੇ ਫਿਰ ਖਰਚੇ ਸਾਰੇ ਆ। ਕਈ ਸਾਲ ਕੇਸ ਚੱਲਦੇ ਰਹਿੰਦੇ ਆ ਨਾ, ਫਿਰ ਬਰੀ ਹੋਏ ਹੋਣੇ। ਬੜੀ ਦੇਰ ਚੱਲਿਆ ਜੀ ਕੇਸ ਤੇ ਉਦੋਂ ਫਿਰ ਆਪ ਨੂੰ ਸਾਰਾ ਕੁਝ ਕਰਨਾ ਪਿਆ, ਬਾਅਦ 'ਚ ਨਹੀਂ ਕਿਸੇ ਨੇ ਕੋਈ ਗੱਲ ਕੀਤੀ। ਅੱਛਾ ਬੱਚੇ ਕਿੰਨੇ ਆ ਤੁਹਾਡੇ? ਮੇਰੀ ਇੱਕ ਬੇਟੀ ਹੈ ਜੀ। ਭਾਈ ਜੋਗਾ ਸਿੰਘ ਦੀ? ਹਾਂ ਨਹੀਂ ਉਹ ਜਦੋਂ ਜੋਗਾ ਸਿੰਘ ਸ਼ਹੀਦ ਹੋ ਗਏ ਤਾਂ ਮੇਰਾ ਬੱਚਾ ਨਹੀਂ ਸੀ ਕੋਈ ਵੀ। ਅੱਛਾ ਮੈਂ ਆਪਣੇ ਪਿੰਡ ਹੀ ਰਹੀ ਹਾਂ। ਅੱਛਾ ਫਿਰ ਉਹ ਉਹਨਾਂ ਦੇ ਭਾਈ ਸੀਗੇ, ਉਹ ਫਿਰ ਸਾਰੇ ਸੰਗਤ ਨੇ ਸਾਡੇ ਬਿਲਕੁਲ ਇਹ ਬੜਾ ਅੱਛਾ ਫੈਸਲਾ ਸੀਗਾ ਵੀ ਮੁੜ ਕੇ ਉਹ ਜ਼ਿੰਮੇਵਾਰੀ ਜਿਹੜੀ ਆ ਉਹਨਾਂ ਦੇ ਭਾਈ ਨੂੰ ਦੇ ਦਿੱਤੀ ਗਈ, ਤੁਹਾਡੀ ਸਾਰੀ ਜ਼ਿੰਮੇਵਾਰੀ। ਤੇ ਹੁਣ ਬੱਚੇ ਆਪਣੇ ਕਿੰਨੇ ਆ? ਹਾਂ ਇੱਕ ਬੇਟੀ ਹੈ ਜੀ, ਇਹ ਵੀ ਜੇਲ੍ਹ 'ਚ ਰਹੇ ਆ ਜੀ, ਜੋਗਾ ਸਿੰਘ ਦੇ ਭਾਈ ਜਿਨ੍ਹਾਂ ਦੇ ਨਾਲ ਮੇਰਾ ਨਾਮ ਫਿਰ ਦੋਹਰੀ ਵਾਰ ਕੀਤੀ ਅਰਦਾਸ। ਅੱਛਾ ਇਹ ਵੀ 7-8 ਸਾਲ ਜੇਲ੍ਹ 'ਚ ਰਹੇ ਆ ਜੀ। 7-8 ਸਾਲ ਜੇਲ੍ਹ 'ਚ ਰਹੇ ਵੀ? ਮਤਲਬ ਪਰਿਵਾਰ ਨੇ ਤੇ ਸਾਰਾ ਜੀਵਨ ਹੀ ਲਾਤਾ, ਸਾਰੇ ਟੱਬਰ ਨੇ ਇਸ ਸੰਘਰਸ਼ ਦੇ ਵਿੱਚ। ਹਾਂਜੀ ਇਹ ਸੰਗਰੂਰ ਜੇਲ੍ਹ 'ਚ ਰਹੇ ਆ, ਫਿਰੋਜ਼ਪੁਰ ਵੀ ਕਾਫੀ ਜੇਲ੍ਹਾਂ 'ਚ ਬਹੁਤ ਟੌਰਚਰ ਕੀਤਾ ਜੀ ਇਹਨਾਂ ਦਾ। ਅੱਛਾ ਬਹੁਤ ਜ਼ਿਆਦਾ ਟੌਰਚਰ ਕੀਤਾ ਇਹਨਾਂ ਨੇ। ਭਾਈ ਜੋਗਾ ਸਿੰਘ ਜਦੋਂ ਮੁਕਾਬਲਾ ਹੁੰਦਾ ਇਹਨਾਂ ਦਾ, ਸ਼ਹੀਦ ਹੁੰਦੇ ਨੇ, ਉਦੋਂ ਤੁਸੀਂ ਕਿੱਥੇ ਸੀ? ਮੈਂ ਉੱਥੇ ਆਪਣੇ ਪਿੰਡ ਸੀ ਜੀ। ਦਿਆਲਗੜ੍ਹ ਸੀ ਤੁਸੀਂ ਉਦੋਂ? ਪਿੰਡ ਨਹੀਂ ਸੀ ਕਿਸੇ ਵੀ, ਨਾ ਮੈਂ ਬਸ਼ਨੰਦੀ ਸੀ ਨਾ ਦਿਆਲਗੜ੍ਹ ਸੀ। ਉਦੋਂ ਮੈਂ ਪੁਲਿਸ ਮੈਨੂੰ ਫੜਦੀ। ਹਾਂ ਨੈਚੁਰਲੀ ਆ ਵੀ ਉਹ ਦਿਆਲਗੜ੍ਹ ਵੀ ਰੇਡ ਹੁੰਦੇ ਸੀਗੇ, ਬਸ਼ਨੰਦੀ ਵੀ ਤੁਸੀਂ ਥੋੜਾ ਸੱਜੇ ਖੱਬੇ ਹੋਣੇ ਕਿਤੇ। ਤੇ ਇਹ ਕੀ ਇਹਨਾਂ ਦੇ ਬਾਰੇ ਜਾਣਕਾਰੀ ਆ ਵੀ ਕਿੱਥੋਂ ਅਰੈਸਟ ਕੀਤਾ ਗਿਆ ਇਹਨਾਂ ਨੂੰ? ਨਹੀਂ ਸਾਨੂੰ ਕੋਈ ਪਤਾ ਨਹੀਂ ਲੱਗਿਆ ਅੱਜ ਤੱਕ ਅੱਛਾ ਵੀ ਕਿੱਥੋਂ ਉਹਨਾਂ ਨੂੰ ਅਰੈਸਟ ਕੀਤਾ, ਕਿੱਥੋਂ ਫੜਿਆ, ਸਿਰਫ ਅਖਬਾਰ 'ਚ ਪੜਿਆ। ਬਟਾਲਾ ਪੁਲਿਸ ਵੱਲੋਂ ਜਿਹੜਾ ਉਹ ਵੀ ਉਹਨਾਂ ਨੇ ਖਬਰ ਦਿੱਤੀ, ਅਖਬਾਰ 'ਚ ਪੜਿਆ ਸੀ। ਤੇ ਫਿਰ ਅਸੀਂ ਆਏ ਵੀ ਆ ਇੱਥੇ ਥਾਣੇ, ਸਾਨੂੰ ਵੀ ਲਾਸ਼ ਦਾ ਕੋਈ ਪਰ ਨਹੀਂ, ਸਾਨੂੰ ਨਾ ਲਾਸ਼ ਤਾਂ ਦੇਣੀ ਗਈ, ਸਾਨੂੰ ਫੁੱਲ ਜ਼ਰੂਰ ਅਸੀਂ ਲੈ ਗਏ, ਪਤਾ ਨਹੀਂ ਉਹ ਕਿਹਦੇ ਸੀਗੇ ਬਟਾਲਿਓਂ ਲੈ ਗਏ ਸੀ। ਬਹੁਤ ਸ਼ੁਕਰਗੁਜ਼ਾਰ ਹਾਂ ਜੀ ਜਿਹੜੇ ਭਾਈ ਭੁਪਿੰਦਰ ਸਿੰਘ ਸੱਜਣ ਹੋਣਾ ਨੇ ਤੁਹਾਡੀ ਦਾਸਤਾਨ ਸੰਗਤ ਤੱਕ ਪਹੁੰਚਾਈ ਆ, ਹੋਰ ਚੈਨਲਾਂ ਨੇ ਵੀ ਕੀਤੀ ਆ ਤੁਹਾਡੀ ਗੱਲ, ਤੇ ਮੇਰੇ ਤੇ ਖਾਸ ਕਰਕੇ ਸੀਗਾ ਵੀ ਤੁਸੀਂ ਵੀ ਜ਼ਰੂਰ ਕਰੋ, ਕਿਉਂਕਿ ਆ ਭਾਈ ਜੋਗਾ ਸਿੰਘ ਹੋਣਾ ਦੇ ਨਾਲ ਵਿਚਰਨ ਕਰਕੇ ਆ ਕੁਛ ਕਾਰਵਾਈਆਂ ਸਾਡੇ ਨੋਟਿਸ 'ਚ ਸੀਗੀਆਂ ਤੇ ਸਾਡੇ ਇਲਾਕੇ 'ਚ ਬੜਾ ਵਿਚਰੇ ਆ, ਤਾਂ ਫਿਰ ਅੱਜ ਵੀ ਉਹ ਚਿਹਰਾ ਉਸ ਤਰ੍ਹਾਂ ਹੀ ਪੂਰਾ ਐ ਸਡੌਲ ਸਰੀਰ। ਹਾਂਜੀ ਵੈਸੇ ਉਹ ਦੋ ਬੰਦਿਆਂ ਨੂੰ ਵੈਸੇ ਤਗੜੇ ਸੀ ਸਰੀਰ ਦੇ। ਆਪਣੇ ਜ਼ਿਲ੍ਹੇ 'ਚ ਤਾਂ ਬਹੁਤ ਘੱਟ ਰਹੇ, ਇਸੇ ਏਰੀਏ 'ਚ ਜ਼ਿਆਦਾ ਰਹੇ ਗੁਰਦਾਸਪੁਰ ਜ਼ਿਲ੍ਹੇ 'ਚ ਜ਼ਿਆਦਾ, ਇਸ ਜ਼ਿਲ੍ਹੇ 'ਚ ਜ਼ਿਆਦਾ ਰਹੇ ਤੇ ਉਹ ਸਾਰੇ। ਤੁਸੀਂ ਗੋਬਿੰਦ ਰਾਮ ਦੀ ਹਿਰਾਸਤ 'ਚ ਰਹੇ ਹੋ? ਹਾਂਜੀ ਮੈਂ ਜਦੋਂ ਸੰਗਰੂਰ ਜੇਲ੍ਹ 'ਚ ਮੈਨੂੰ ਰਿਹਾ ਕਰਤਾ ਸੀ ਨਾ, ਉਦੋਂ ਮੈਨੂੰ ਪੁਲਿਸ ਨੇ ਉੱਥੋਂ ਹੀ ਫਿਰ ਫੜ ਲਿਆ ਸੀ। ਅੱਛਾ ਉਦੋਂ ਫਰੀਦਕੋਟ ਗੋਬਿੰਦ ਰਾਮ ਸੀਗਾ ਜੀ। ਅੱਛਾ ਐਸਐਸਪੀ ਉਦੋਂ ਉੱਥੇ ਉਹ ਸੀਗਾ? ਹਾਂਜੀ ਉਹਨੇ 15 ਦਿਨ ਰੱਖਿਆ ਜੀ ਮੈਨੂੰ, ਮੈਂ ਬਸ
ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਮੇਰੇ ਤੋਂ ਦਬਾਅ ਪਾਉਂਦੇ ਸੀ ਕਿ ਤੁਸੀਂ ਇਹਨਾਂ ਦੇ ਸਿੰਘਾਂ ਦੇ ਖਿਲਾਫ ਕੁਝ ਬੋਲੋ। ਅੱਛਾ ਉਹ 15 ਦਿਨ ਬਸ ਇਹੀ ਮੇਰੇ ਤੇ ਦਬਾਅ ਰਿਹਾ ਉਹਨਾਂ ਦਾ। ਅੱਛਾ ਤੇ ਮੈਂ ਉਹ ਮਤਲਬ ਨਹੀਂ ਉਸ ਚੀਜ਼ ਨੂੰ ਕਿਹਾ, ਮੈਂ ਕਿਹਾ ਜੀ ਸਿੰਘ ਜੋ ਚੰਗਾ ਕਰ ਰਿਹਾ ਸੰਘਰਸ਼ 'ਚ ਜੋ ਵੀ ਹੋ ਰਿਹਾ ਉਹਦੇ ਬਾਰੇ ਮੈਂ ਕੁਝ ਮਾੜਾ ਨਹੀਂ ਕਹਿਣਾ। ਅੱਛਾ ਤੋ ਕਾਫੀ ਮੇਰੇ ਤੇ ਉਹਨਾਂ ਨੇ ਦਬਾਅ ਰੱਖਿਆ। ਕਿਉਂਕਿ ਉਹ ਬੜਾ ਇੱਕ ਮਤਲਬ ਬੇਰਹਿਮ ਕਿਸਮ ਦੀ ਪੁਲਿਸ ਅਫਸਰ ਵਜੋਂ ਉਹਦੀ ਇਮੇਜ ਸੀ, ਔਰ ਖਾਸ ਕਰਕੇ ਜਿਸ ਤਰ੍ਹਾਂ ਬਟਾਲੇ ਦੇ ਵਿੱਚ ਕੁਝ ਸਿੰਘਣੀਆਂ ਸੀ ਬੱਬਰ ਖਾਲਸਾ ਦੀਆਂ ਪਰਿਵਾਰ ਦੀਆਂ, ਤੇ ਉਹਨਾਂ ਦੇ ਨਾਲ ਜੋ ਜ਼ੁਲਮ ਕੀਤੇ ਉਹਨੇ, ਉਹ ਕਿਤੇ ਉਹ ਰੌਂਗਟੇ ਖੜੇ ਕਰ ਦੇਣ ਵਾਲੀ ਗੱਲ ਆ, ਕਿਉਂਕਿ ਉਹ ਬੇਹੱਦ ਬੇਰਹਿਮ ਕਿਸਮ ਦਾ ਪੁਲਿਸ ਅਫਸਰ ਸੀ। ਮੇਰਾ ਵੇਖ ਲਓ ਦੋਸ਼, ਮੈਂ ਜੇਲ੍ਹ 'ਚੋਂ ਰਿਹਾ ਹੋਈ ਹਾਂ, ਮੈਨੂੰ ਉੱਥੋਂ ਹੀ ਫਿਰ ਫੜ ਲਿਆ। ਫਿਰ ਮੇਰੇ ਪਰਿਵਾਰ ਮਗਰ ਫਿਰਦਾ, ਮੈਨੂੰ ਅੱਜ ਕਿਤੇ ਕੱਲ ਕਿਤੇ ਜੇ ਕਿਤੇ ਮਾੜਾ ਮੋਟਾ ਪਤਾ ਲੱਗ ਜਾਂਦਾ ਫਿਰ ਥਾਣੇ ਫੂਰ ਚ ਲੈ ਕੇ ਜਾਂਦੇ ਰਾਤ ਨੂੰ। ਮੇਰਾ ਮਤਲਬ ਮੈਨੂੰ ਪਤਾ ਨਹੀਂ ਲੱਗਣ ਦਿੰਦੇ, ਫਿਰ ਮੈਨੂੰ ਫਿਰ ਟੌਰਚਰ ਕਰਦੇ ਵੀ ਦੱਸੋ ਸਿੰਘਾਂ ਦੇ ਹਥਿਆਰ ਦੱਸੋ। ਮੈਂ ਜੇਲ੍ਹ 'ਚ ਰਹਿ ਕੇ ਆਈ ਹਾਂ, 2 ਸਾਲ ਮੈਂ ਜੇਲ੍ਹ 'ਚ ਰਹੀ ਹਾਂ, ਮੈਨੂੰ ਹਥਿਆਰਾਂ ਦਾ ਕੀ ਪਤਾ। ਪਰ ਫਿਰ ਵੀ ਮੈਨੂੰ ਉਹਨਾਂ ਨੂੰ ਉਹ ਕਹਿੰਦੇ ਦਬਾਅ ਪਾਉਂਦੇ ਸੀ ਮੇਰੇ ਤੇ। ਤੁਹਾਨੂੰ ਇੰਟੈਰੋਗੇਟ ਜਿਹੜੇ ਸੀ ਉਹ ਲੇਡੀਜ਼ ਪੁਲਿਸ ਕਰਦੀ ਸੀ ਕਿ ਜੈਂਟਸ? ਨਹੀਂ, ਉਹ ਜੈਂਟਸ ਹੀ ਕਰਦੇ ਆ ਜੀ। ਜੈਂਟਸ ਹੀ। ਹਾਂਜੀ, ਉਹ ਲੇਡੀ ਪੁਲਿਸ ਨਹੀਂ ਉਹ ਕੋਲ ਹੁੰਦੀ, ਵੈਸੇ ਲੇਡੀ ਪੁਲਿਸ ਦਾ ਹੁੰਦਾ ਪਹਿਲਾਂ, ਤੇ ਪਰ ਉਹ ਆਪ ਹੀ ਕਰਦੇ। ਮਤਲਬ ਤਸ਼ੱਦਦ ਵੀ ਤੁਸੀਂ ਬਹੁਤ। ਦਰਦ ਹੁੰਦੀ ਹੈ ਜੀ ਇਹਨਾਂ ਥਾਵਾਂ ਤੇ, ਬਾਲ ਲੈ ਕੇ ਪੱਟ ਕੇ ਇੱਥੇ ਮਾਰਦੇ। ਮੇਰਾ ਲਾ ਲਓ ਜੀ ਗੁਰਸਿੱਖੀ ਦਾ ਪਿਆਰ ਲਾ ਲਓ, ਜਾਂ ਉਹਨਾਂ ਦੇ ਮਨ 'ਚ ਕਿਵੇਂ ਹੁੰਦਾ ਸੀ ਮੇਰੇ ਨਾਲ, ਉਹ ਥੋੜ੍ਹਾ ਜਿਵੇਂ ਮੈਂ ਦੱਸਿਆ ਟੌਰਚਰ ਕਰਦੇ ਰਿਹਾ, ਪਰ ਮੇਰੇ ਨਾਲ ਕੋਈ ਦੁਰਵਿਹਾਰ ਇੱਦਾਂ ਦੇ ਕਰਨ ਦੇ ਉਹਨਾਂ ਦੀ ਨਹੀਂ ਉਹ ਹੋਈ। ਮਤਲਬ ਫਿਰ ਵੀ ਜਿਹੜੀ ਕੁੱਟਮਾਰ ਕਰਨੀ ਇੱਕ ਔਰਤ ਦੇ ਨਾਲ ਮਰਦ ਮੈਂਬਰਾਂ ਵੱਲੋਂ, ਪੁਲਿਸ ਮੁਲਾਜ਼ਮਾਂ ਵੱਲੋਂ, ਇਹ ਵੀ ਤੇ ਗੈਰ ਕਾਨੂੰਨੀ ਗੱਲ ਆ। ਬਹੁਤ ਜ਼ਿਆਦਾ ਜੀ, ਮੈਨੂੰ ਫਿਜ਼ੀਕਲ ਬੜੀਆਂ ਪ੍ਰੋਬਲਮ, ਮੈਂ ਹੁਣ ਜ਼ਿਆਦਾ ਸਫ਼ਰ ਨਹੀਂ ਕਰ ਸਕਦੀ। ਅੱਛਾ ਹਾਂ, ਮੇਰੀ ਸਰਵਾਈਕਲ ਹੋ ਗਈ ਹੈ। ਅੱਛਾ ਹਾਂ, ਬਹੁਤ ਔਖੀ ਹਾਂ ਮੈਂ। ਘਰੇ ਨੋਰਮਲ ਕੰਮ ਜਿਵੇਂ ਕੱਪੜੇ ਧੋਣੇ ਆ, ਹੋਰ ਇਹੋ ਜਿਹੇ ਮੈਥੋਂ ਨਹੀਂ ਹੁੰਦਾ, ਮੁਸ਼ਕਿਲ ਬਹੁਤ ਹੈ। ਵਾਸ਼ਿੰਗ ਮਸ਼ੀਨ ਹੈਗੀ ਘਰ? ਹਾਂਜੀ, ਉਹ ਤਾਂ ਕਰ ਲਈਦਾ ਥੋੜ੍ਹਾ ਬਹੁਤਾ ਜਿਵੇਂ ਜੀ ਕੰਮ ਆਪ, ਤੇ ਪਰ ਮੁਸ਼ਕਿਲ ਬਹੁਤ ਹੈ। ਅੱਛਾ, ਇੱਕ ਗੱਲ ਵੀ ਜਦੋਂ ਭਾਈ ਭੁਪਿੰਦਰ ਸਿੰਘ ਸੱਜਣ ਹੋਣਾ ਨੇ ਤੁਹਾਡੀ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ ਆ, ਤੇ ਤੁਹਾਡਾ ਪਤਾ ਲੱਗਾ ਉਹਨਾਂ ਨੇ ਨੰਬਰ ਵੀ ਦਿੱਤਾ ਤੁਹਾਡਾ, ਨੰਬਰ ਦੇਣ ਤੋਂ ਸੰਗਤ ਦੇ ਫੋਨ ਆਏ ਫਿਰ? ਹਾਂਜੀ, ਆਏ ਫੋਨ ਕਾਫੀ। ਜਿਹੜੀਆਂ ਸੰਗਤਾਂ ਦੇ ਫੋਨ ਆਏ, ਜੇ ਨਾਮ ਯਾਦ ਹੈ ਤਾਂ ਕਰ ਦਿਓ ਧੰਨਵਾਦ ਅੱਜ ਸਾਡੇ ਇਸ ਵੀਡੀਓ ਦੇ ਮਾਧਿਅਮ ਰਾਹੀਂ। ਹਾਂਜੀ, ਕਾਫੀ ਸਿੰਘਾਂ ਦੇ ਬੀਬੀਆਂ ਦੇ ਫੋਨ ਆਏ ਆ, ਉਹ ਜੋ ਸੇਵਾ ਵੀ ਕਈਆਂ ਸਿੰਘਾਂ ਨੇ ਕੀਤੀ ਹੈ। ਜਿਹਨਾਂ ਸੇਵਾ ਕੀਤੀ ਖਾਸ ਕਰਕੇ ਉਹਨਾਂ ਦਾ ਜ਼ਰੂਰ ਜ਼ਿਕਰ ਕਰ। ਹਾਂਜੀ, ਸੇਵਾ ਵੀ ਭਾਈ ਮੁਕਤੇਜ ਸਿੰਘ ਹੋਣੀ ਹੈ, ਉਹਨਾਂ ਨੇ 80,000 ਰੁਪਇਆ ਤਾਂ ਮੇਰੀ ਬੇਟੀ ਨੂੰ ਭੇਜਿਆ, ਤੇ ਉਹ ਸਟੱਡੀ ਕਰਨ ਗਈ ਵੀ ਹੈ ਜਰਮਨ, ਤੇ ਇੱਕ ਮੈਨੂੰ ਵੀ ਭੇਜਿਆ 25,000 ਰੁਪਇਆ। ਫਿਰ ਇੰਗਲੈਂਡ ਤੋਂ ਇੱਕ ਸਿੰਘ, ਉਹਨਾਂ ਨੇ 40,000 ਰੁਪਇਆ ਭੇਜਿਆ। ਭਾਈ ਸਤਵੰਤ ਸਿੰਘ ਜੀ ਗਰੇਵਾਲ ਨੇ, ਬਹੁਤ ਹੀ ਮਾਨ ਸਤਿਕਾਰ ਵਾਲੇ ਉਹ ਹਸਤੀ ਹੈ। ਮੈਂ ਉਹਨਾਂ ਨੂੰ ਨਹੀਂ ਜਾਣਦੀ, ਨਾ ਹੀ ਉਹ ਮੈਨੂੰ ਜਾਣਦੇ ਆ, ਨਾ ਹੀ ਉਹਨਾਂ ਦਾ ਕੋਈ ਸੰਘਰਸ਼ ਨਾਲ ਵੀ ਕੋਈ ਵਾਹ ਵਾਸਤਾ ਨਹੀਂ। ਇਹ ਉਹ ਗੁਰਸਿੱਖ ਹੈ ਬਸ, ਤੇ ਆ ਮੈਂ ਆਪਣੇ ਤੌਰ ਤੇ ਹੀ ਉਹਨਾਂ ਦਾ ਧੰਨਵਾਦ ਕਰਦੀ ਹਾਂ। ਉਹਨਾਂ ਨੂੰ ਇਹੋ ਜਿਹੀ ਕੋਈ ਇੱਛਾ ਨਹੀਂ ਹੈਗੀ। ਜ਼ਰੂਰ ਵੇਖੋ ਜੀ, ਜਿਹੜੇ ਗੁਰੂ ਦੇ ਸਿੱਖ ਨੇ ਉਹ ਤੇ ਕਈ ਵਾਰੀ ਆਪਣਾ ਨਾਮ ਨਹੀਂ ਲੈਣ ਦਿੰਦੇ। ਬਾਕੀ ਭਾਈ ਮੁਖਦੇਵ ਸਿੰਘ ਜੀ ਨੇ ਜੀ USA ਦੇ ਵਿੱਚ ਬਹੁਤ ਪਿਆਰੀ ਸ਼ਖਸੀਅਤ ਆ, ਔਰ ਬੜੀ ਸੇਵਾ ਉਹਨਾਂ ਨੇ ਦਾਸ ਦੇ ਰਾਹੀਂ ਵੀ ਇਹਨਾਂ ਸ਼ਹੀਦ ਪਰਿਵਾਰਾਂ ਤੱਕ ਪਹੁੰਚਾਈ ਆ। ਮਤਲਬ ਕਈਆਂ ਦਾ ਤਾਂ ਹਰ ਮਹੀਨੇ ਮਤਲਬ ਉਹ ਸੇਵਾ ਭੇਜਦੇ ਨੇ, ਤੇ ਹੁਣ ਕਾਫੀ ਚਿਰ ਤੋਂ ਮੇਰੇ ਨਾਲ ਸੰਪਰਕ ਨਹੀਂ, ਸ਼ਾਇਦ ਮੇਰੇ ਨਾਲ ਕਿਤੇ ਨਾਰਾਜ਼ ਹੋ ਗਏ ਨੇ ਕਿਸੇ ਗੱਲੋਂ। ਭਾਈ ਮੁਖਦੇਵ ਸਿੰਘ ਜੀ ਜੇ ਕਿਤੇ ਤੇ ਵੀਡੀਓ ਸੁਣਦੇ ਹੋ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਕਿਉਂਕਿ ਜਦੋਂ ਕੋਈ 2-3 ਮਹੀਨੇ ਕਾਲ ਨਾ ਆਵੇ ਜਾਵੇ, ਮੇਰਾ ਕੋਈ ਫੋਨ ਸੈਟਿੰਗ ਹੀ ਕੁਝ ਇਸ ਤਰ੍ਹਾਂ ਦੀ ਆ, ਤੇ ਉਹ ਆਪਣੇ ਆਪ ਹੀ ਨੰਬਰ ਜਿਹੜਾ ਡਿਲੀਟ ਹੋ ਜਾਂਦਾ। ਅੱਜ ਤੁਹਾਡੇ ਕੋਲ ਨੰਬਰ ਲੈ ਕੇ ਉਹਨਾਂ ਨਾਲ ਫਤਿਹ ਸਾਂਝੀ ਕਰਾਂਗੇ। ਦਾ ਵੀ ਬਹੁਤ ਵਿਚਾਰਿਆਂ ਦਾ ਯੋਗਦਾਨ ਰਿਹਾ, ਤੇ ਅਮਰੀਕਾ ਤੋਂ ਇੱਕ ਬੱਚਾ ਹੈ, ਉਹਨੇ ਵੀ ਸੇਵਾ ਭੇਜੀ ਹੈ 15,000 ਰੁਪਇਆ, ਕੋਈ 12,000 ਰੁਪਇਆ, ਇੱਕ ਹੋਰ, ਇਹਨਾਂ 4 ਸਿੰਘਾਂ ਨੇ ਭੇਜਿਆ ਜੀ। ਸਾਡੇ ਕੋਲ ਇੱਕ ਸਾਡੇ ਭੈਣ ਜੀ ਨੇ, ਮੈਨੂੰ ਉਹਨਾਂ ਨਾਂ ਲੈਣ ਤੋਂ ਮਨਾ ਕਰਤਾ ਆਸਟ੍ਰੇਲੀਆ ਤੋਂ, ਤੇ ਮੈਂ ਕਈ ਵਾਰੀ ਕਹਿ ਦਿੰਦਾ ਹੁੰਦਾ ਵੀ ਜ਼ਿਕਰ ਕਰ ਲੈਣ ਦਿਆ ਕਰੋ, ਕਹਿੰਦੇ ਵੀ ਜ਼ਿਕਰ ਨਹੀਂ ਕਰਨਾ। ਉਹਨਾਂ ਨੇ 49,000 ਰੁਪਇਆ ਤੁਹਾਡੇ ਲਈ ਭੇਜਿਆ, ਤੇ ਅਸਲ ਦੇ ਵਿੱਚ ਸਾਨੂੰ ਇਹ ਸੀ ਵੀ ਉਹ ਸੇਵਾ ਤੁਹਾਡੇ ਸਪੁਰਦ ਕਰ ਦਈਏ, ਤੇ ਨਾਲ ਦੀ ਨਾਲ ਹੀ ਤੁਹਾਡੀ ਦਾਸਤਾਂ ਵੀ ਸੰਗਤ ਦੇ ਨਾਲ ਅਸੀਂ ਆਪਣੇ ਢੰਗ ਦੇ ਨਾਲ ਸਾਂਝੀ ਕਰ ਲਈਏ। ਤੇ ਸਾਨੂੰ ਬੜੀ ਇਸ ਗੱਲ ਲਈ ਖੁਸ਼ੀ ਵੀ ਆ, ਮਾਣ ਵੀ ਆ ਕਿ ਵੀਡੀਓ ਤੁਹਾਡੀ ਕਿਸੇ ਹੋਰ ਚੈਨਲ 'ਤੇ ਵੇਖੀ ਆ, ਸੇਵਾ ਉਹਨਾਂ ਨੇ ਸਾਨੂੰ ਭੇਜਤੀ ਆ, ਕਿਉਂਕਿ ਸਤਿਗੁਰੂ ਜੀ ਦੀ ਕਿਰਪਾ ਨਾਲ ਸੰਗਤ ਭਰੋਸਾ ਕਰਦੀ ਆ। ਤੇ ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਅਸੀਂ ਉਹਨਾਂ ਸਿੰਘਾਂ ਦੇ ਨਾਲ ਵਿਚਰੇ ਹਾਂ, ਹੋਰ ਭੈਣ ਜੀ ਬੜੇ ਖੁਸ਼ ਹੋਏ, ਤੇ ਕਹਿੰਦੇ ਵੀ ਜ਼ਰੂਰ ਤੁਸੀਂ ਉਹ ਭੈਣ ਜੀ ਦਾ ਵੀ ਜ਼ਰੂਰ ਧੰਨਵਾਦ ਕਰੋ। ਹਾਂ, ਭੈਣ ਜੀ ਉਹਨਾਂ ਦਾ ਵੀ ਧੰਨਵਾਦ। ਉਹਨਾਂ ਨੇ ਆਪਣਾ ਨਾਂ ਨਹੀਂ ਦੱਸਿਆ, ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦਾ ਨਾਂ ਆਪ ਜਾਣਦੇ ਆ, ਤੇ ਉਹਨਾਂ ਦੇ ਚੜ੍ਹਦੀ ਕਲਾ ਪਰਮਾਤਮਾ ਰੱਖੇ, ਤੰਦਰੁਸਤੀ ਦੇਵੇ,
ਤੇ ਬਹੁਤ ਪਿਆਰੇ ਸਿੰਘ ਹੈ ਜਿਨ੍ਹਾਂ ਨੇ ਫੋਨ ਵੀ ਕੀਤਾ, ਬੀਬੀਆਂ ਨੇ ਬਹੁਤ ਮੇਰੇ ਨਾਲ ਸੰਪਰਕ ਹੈ ਜੀ। ਉਹ ਪੁੱਛਦੇ ਵੀ ਆ ਸੇਵਾ ਦੱਸੋ, ਪਰ ਮੈਂ ਗੁਰੂ ਦੀ ਕਿਰਪਾ ਹੈ ਵੀ ਚਲੋ ਆਪਾਂ ਸੇਵਾ ਨਾਲੋਂ ਇੱਕ ਸਹਿਯੋਗ ਜਿਹੜਾ ਹੈ ਸਤਿਕਾਰ ਦਿੰਦੇ ਆ, ਹਾਂ, ਇੱਕ ਪਹਿਚਾਣ ਸਤਿਕਾਰ ਬੜੀ ਵੱਡੀ ਗੱਲ ਹੈ ਬੜੀ ਵੱਡੀ ਗੱਲ ਹੈ ਵੀ ਜੀ। ਲੋਕ ਭੁੱਲ ਤੇ ਨਾ ਜਾਣ ਵੀ ਸਾਡੇ ਪਰਿਵਾਰ ਦੇ 2 ਮੈਂਬਰ ਪੰਥ ਲੇਖੇ ਲੱਗੇ ਨੇ। ਖੁਦ ਤੁਸੀਂ ਇੰਨੇ ਤਸ਼ੱਦਦ ਸਹੇ, ਜੇਲ੍ਹਾਂ ਕੱਟੀਆਂ ਔਰ ਪੁਲਿਸ ਹਿਰਾਸਤ ਦੇ ਵਿੱਚ ਇਹ ਇੱਕ ਰਾਤ ਕੱਟਣੀ ਇੱਕ ਲੇਡੀ ਲਈ ਔਖੀ ਹੁੰਦੀ ਆ, ਤੇ ਤੁਸੀਂ ਸਾਲਾਂ ਬੱਧੀ ਇਸ ਸਮਾਂ ਜਿਹੜਾ ਆਪਣੇ ਤਨ ਤੇ ਹੰਡਾਇਆ। ਔਰ ਦਿਆਲਗੜ੍ਹ ਪਰਿਵਾਰ ਹੋਣ ਕਰਕੇ ਸਾਨੂੰ ਭਲੀ ਭਾਂਤ ਤੁਹਾਡੇ ਪਰਿਵਾਰ ਬਾਰੇ ਜਾਣਕਾਰੀ ਪਰਸਨਲ ਤੌਰ ਤੇ ਵੀ ਸਾਨੂੰ ਪਤਾ ਕਿ ਜੋ ਕੁਰਬਾਨੀ ਤੁਹਾਡੇ ਪਰਿਵਾਰ ਦੀ ਆ, ਤੁਹਾਡੀ ਦੋਵਾਂ ਭੈਣਾਂ ਦੀ ਆ। ਔਰ ਬਹੁਤ ਜਲਦ ਬੀਬੀ ਪਰਮਜੀਤ ਕੌਰ ਜੀ ਨਾਲ ਵੀ ਗੱਲ ਕਰਾਂਗੇ, ਸ਼ਹੀਦ ਭਾਈ ਤਰਸੇਮ ਸਿੰਘ ਕੁਹਾੜ ਦੀ ਸਿੰਘਣੀ ਦੇ ਨਾਲ ਵੀ, ਤੇ ਉਹ ਵੀ ਸੰਗਤਾਂ ਦੇ ਸਨਮੁਖ ਕਰਾਂਗੇ ਉਹਨਾਂ ਨੂੰ ਵੀ। ਤੇ ਬਹੁਤ ਜਿੰਨੀਆਂ ਵੀ ਸੰਗਤਾਂ ਨੇ ਪੂਰੀ ਦੁਨੀਆ 'ਚ ਵੱਸਦੇ ਭੈਣ ਭਰਾਵਾਂ ਨੇ ਬੀਬੀ ਗੁਰਵਿੰਦਰ ਕੌਰ ਜੀ ਦੀ ਵੀਡੀਓ, ਚਾਹੇ ਉਹ ਸਾਡੇ ਚੈਨਲ ਤੇ ਵੇਖ ਰਹੇ ਨੇ, ਚਾਹੇ ਉਹ ਕਿਸੇ ਹੋਰ ਚੈਨਲ ਤੇ ਉਹਨਾਂ ਨੇ ਵੇਖੀ ਆ, ਜਿਨ੍ਹਾਂ ਨੇ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਦਾ ਸਹਿਯੋਗ ਦਿੱਤਾ, ਅਸੀਂ ਬੇਹੱਦ ਸ਼ੁਕਰਗੁਜ਼ਾਰ ਹਾਂ। ਤੇ ਬੀਬੀ ਜੀ ਤੁਸੀਂ ਆਪਣਾ ਫ਼ੋਨ ਨੰਬਰ ਬੋਲ ਦਿਓ। ਸਾਧ ਸੰਗਤ ਜੀ, ਸ਼ਹੀਦ ਭਾਈ ਜਸਵਿੰਦਰ ਸਿੰਘ ਉਰਫ ਭਾਈ ਜੋਗਾ ਸਿੰਘ ਬਿਸ਼ਨੰਦੀ ਦੀ ਸਿੰਘਣੀ ਬੀਬੀ ਗੁਰਵਿੰਦਰ ਕੌਰ ਜੀ ਦਾ ਫ਼ੋਨ ਨੰਬਰ ਤੁਸੀਂ ਨੋਟ ਕਰ ਲਓ। ਸਕਰੀਨ ਦੇ ਥੱਲੇ ਵੀ ਤੁਸੀਂ ਨੰਬਰ ਵੇਖ ਰਹੇ ਹੋ, 7710742090। ਇੱਕ ਬੇਨਤੀ ਖਾਸ ਕਰਕੇ ਮੈਂ ਜਰਮਨ ਦੀਆਂ ਸੰਗਤਾਂ ਨੂੰ ਜਾਂ ਜਰਮਨ 'ਚ ਵੱਸਦੇ ਸਿੰਘਾਂ ਨੂੰ, ਉੱਥੇ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੇ ਬ੍ਰਦਰ ਨੇ ਭਾਈ ਸਰਦੂਲ ਸਿੰਘ ਹੋਣੀ ਤੇ ਹੋਰ ਬੜੇ ਉੱਥੇ ਵਧੀਆ ਸਿੰਘ ਨੇ ਬੈਠੇ, ਉਹਨਾਂ ਨੂੰ ਮੈਂ ਵਿਸ਼ੇਸ਼ ਬੇਨਤੀ ਕਰ ਰਿਹਾ ਇਸ ਵੀਡੀਓ ਦੇ ਵਿੱਚ ਕਿ ਸ਼ਹੀਦ ਭਾਈ ਜੋਗਾ ਸਿੰਘ ਬਿਸ਼ਨੰਦੀ ਦੀ ਬੇਟੀ ਜਰਮਨ ਦੇ ਵਿੱਚ ਆ। ਤੁਸੀਂ ਇਸ ਨੰਬਰ ਦੇ ਉੱਤੇ ਫੋਨ ਕਰਕੇ ਬੀਬੀ ਗੁਰਵਿੰਦਰ ਕੌਰ ਜੀ ਦੇ ਕੋਲੋਂ ਤੁਸੀਂ ਉਸ ਬੇਟੀ ਦਾ ਨੰਬਰ ਲੈ ਸਕਦੇ ਹੋ। ਤੇ ਮੈਂ ਇਹ ਉਮੀਦ ਜ਼ਰੂਰ ਕਰਦਾ ਜਰਮਨ ਦੇ ਸਾਰੇ ਸਿੰਘਾਂ ਤੋਂ ਕਿ ਸ਼ਹੀਦ ਭਾਈ ਜੋਗਾ ਸਿੰਘ ਦੀ ਬੇਟੀ ਨੂੰ ਉੱਥੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ। ਵੈਸੇ ਇਹ ਪਰਿਵਾਰ ਬੜਾ ਖੁਦਦਾਰ ਆ, ਇਹ ਮੁਸ਼ਕਲ ਦੇ ਵਿੱਚ ਟਾਈਮ ਪਾਸ ਕਰ ਲੂਗਾ, ਪਰ ਇਹਨਾਂ ਕਿਸੇ ਨੂੰ ਕਹਿਣਾ ਨਹੀਂ। ਪਰ ਤੁਸੀਂ ਆਪਣੇ ਫਰਜ਼ ਸਮਝਦੇ ਹੋਏ ਜਰਮਨ ਵਾਲੇ ਸਿੰਘਾਂ ਨੂੰ ਮੈਂ ਖਾਸ ਕਰਕੇ ਬੇਨਤੀ ਕਰਨ ਲੱਗਾ ਕਿ ਜ਼ਰੂਰ ਭੈਣ ਜੀ ਕੋਲੋਂ ਨੰਬਰ ਲੈ ਕੇ ਬੇਟੀ ਦਾ ਤੇ ਉਹਦੇ ਨਾਲ ਸੰਪਰਕ ਕਰਿਓ। ਉਹਦੀ ਕੋਈ ਮੁਸ਼ਕਲ ਆ, ਉਹਦੀ ਕੋਈ ਪ੍ਰੋਬਲਮ ਆ, ਉਹਨੂੰ ਪੁੱਛਿਓ, ਦੱਸਿਓ। ਥੋੜ੍ਹੀ ਕੀਤਿਆਂ ਸ਼ਾਇਦ ਉਹ ਦੱਸੇ ਵੀ ਨਾ, ਕਦੀ ਮਿਲਣ ਦਾ ਯਤਨ ਕਰਿਓ ਤੇ ਉਸ ਬੇਟੀ ਨੂੰ ਹੌਸਲਾ ਦਿਓ ਕਿ ਕੋਈ ਗੱਲ ਨਹੀਂ, ਅਸੀਂ ਸਾਰੇ ਤੁਹਾਡੇ ਨਾਲ ਆ। ਬਹੁਤ ਵੱਡੀ ਇਹ ਸੇਵਾ ਹੋਏਗੀ। ਜਰਮਨ ਵਾਲੀਆਂ ਸੰਗਤਾਂ ਦੀ ਮੈਂ ਖਾਸ ਕਰਕੇ ਬੇਨਤੀ ਕਰਾਂ, ਬਹੁਤ ਮਿਹਰਬਾਨੀ ਹੈ ਜੀ। ਹੋਰ ਭੈਣ ਜੀ ਕੋਈ ਐਸੀ ਗੱਲ ਜਿਹੜੀ ਤੁਸੀਂ ਸੰਗਤ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਜਾਂਦੇ ਜਾਂਦੇ ਤੁਸੀਂ? ਹਾਂਜੀ, ਇਹ ਤੁਸੀਂ ਨੰਬਰ ਬੋਲਿਆ, ਵੈਸੇ ਪਹਿਲਾਂ ਭਾਈ ਸਾਹਿਬ ਨੇ ਭੁਪਿੰਦਰ ਸੋਨਾ ਨੇ ਵੀ ਨੰਬਰ ਬੋਲਿਆ, ਕਾਫੀ ਸਿੰਘਾਂ ਨੇ ਨਾ ਫੋਨ ਕੀਤੇ ਆ, ਉਹਦੇ 'ਚ ਇੰਨਾ ਸੋਹਣਾ ਮਤਲਬ ਹੁੰਦਾ, ਵਿਚਾਰ ਉਹਨਾਂ ਦੇ ਇੱਦਾਂ ਦੇ ਹੁੰਦੇ ਆ ਕਿ ਕਈ ਵਾਰ ਆਪਾਂ ਪਰਿਵਾਰ ਵਿੱਚ ਹਾਲਾਤ ਇੱਦਾਂ ਦੇ ਬਣੇ ਹੋਏ ਆ ਸਾਡੇ, ਕਾਫੀ ਮੁਸੀਬਤਾਂ ਦਾ ਸਾਹਮਣਾ ਕਰਦੇ ਪਏ ਅਸੀਂ, ਤੇ ਉਹਦੇ ਤੋਂ ਜਿਹੜਾ ਮਤਲਬ ਮਨ ਵਿੱਚ ਇੰਨਾ ਇੱਕ ਦਰਦ ਦੁੱਖ ਹੁੰਦਾ, ਐਵੇਂ ਲੱਗਦਾ ਕਿ ਆਪਾਂ ਇਸ ਚੀਜ਼ 'ਚ ਆਏ ਤਾਂ ਮੁਸੀਬਤਾਂ ਪਈਆਂ। ਉਹਦੇ 'ਚ ਸਾਨੂੰ ਬਹੁਤ ਕਈਆਂ ਸਿੰਘਾਂ ਨੇ ਆਰਥਿਕ ਜਿਹੜੀ ਮਦਦ ਹੈ ਉਹ ਵੀ ਅਲੱਗ ਹੈ, ਗੁਰਸਿੱਖੀ ਵਾਲੇ ਵਿਚਾਰ ਦੇ ਕੇ ਸਾਨੂੰ ਉਤਸ਼ਾਹਿਤ ਕਰਕੇ ਵੀ ਜਿਹੜੀ ਤੁਸੀਂ ਸੇਵਾ ਕੀਤੀ ਹੈ ਸਭ ਤੋਂ ਵੱਡੀ ਹੈ। ਜਿਹੜੀ ਉਹਨਾਂ ਦੇ ਹਮਦਰਦੀ ਦੇ ਬੋਲ ਨੇ ਜਾਂ ਉਹ ਮਾਣਮੱਤੇ ਬੋਲ, ਤੁਹਾਡਾ ਸਤਿਕਾਰ ਜਿਹੜਾ ਉਹ ਤੁਹਾਨੂੰ ਇੱਕ ਮੋਰਲ ਸਪੋਰਟ ਦਿੰਦਾ ਪਰਿਵਾਰਾਂ ਨੂੰ। ਔਰ ਇਹ ਗੱਲ ਸੱਚ ਆ ਸਾਧ ਸੰਗਤ ਜੀ, ਮੈਂ ਗੱਲ ਕਲੀਅਰ ਕਰ ਦਿਆਂ ਕਿ ਬੀਬੀ ਗੁਰਵਿੰਦਰ ਕੌਰ ਜੀ ਦੀ ਮੁਸ਼ਕਲ ਪ੍ਰੋਬਲਮ ਕੀ ਆ, ਇਹਨਾਂ ਨੇ ਕਦੀ ਵੀ ਸਾਨੂੰ ਖੁੱਲ੍ਹ ਕੇ ਨਹੀਂ ਕਹਿਣੀ, ਪਰ ਮੈਨੂੰ ਇੰਝ ਲੱਗਦਾ ਕਿ ਇਹਨਾਂ ਦੇ ਘਰ ਦੇ ਹਾਲਾਤ ਮੈਂ ਜੋ ਤਸਵੀਰਾਂ 'ਚ ਵੇਖੇ ਨੇ, ਵੀ ਮੈਨੂੰ ਲੱਗਦਾ ਘਰ ਬਣਨ ਵਾਲਾ ਭੈਣ ਜੀ। ਹਾਂਜੀ, ਕੋਈ ਗੱਲ ਨਹੀਂ, ਸਤਿਗੁਰੂ ਕਿਰਪਾ ਕਰਨਗੇ। ਬਹੁਤ ਸਾਰੇ ਸ਼ਹੀਦ ਪਰਿਵਾਰਾਂ ਦੇ ਘਰ ਬਣਾਏ ਨੇ ਸਤਿਗੁਰੂ ਜੀ ਨੇ, ਸਾਡੇ ਰਾਹੀਂ ਸੇਵਾ ਲਈ ਆ। ਤੇ ਕੋਈ ਗੱਲ ਨਹੀਂ, ਬਹੁਤ ਜਲਦ ਤੁਹਾਡੇ ਘਰ ਵੀ ਚੱਕਰ ਮਾਰਾਂਗੇ। ਤੇ ਕੋਈ ਪਤਾ ਨਹੀਂ, ਕੋਈ ਗੁਰਮੁਖ ਪਿਆਰੇ ਚਾਰ ਇਕੱਠੇ ਹੋ ਕੇ ਆਖਣ ਵੀ ਕਰੋ ਸ਼ੁਰੂ ਜੀ, ਭਾਈ ਜੋਗਾ ਸਿੰਘ ਬਿਸ਼ਨੰਦੀ ਦਾ ਘਰ ਬਣਾਉਣਾ ਵੀ, ਤੇ ਉਹਨਾਂ ਨੇ ਆਪੇ ਸੇਵਾ ਭੇਜ ਦੇਣੀ ਆ। ਤੇ ਜ਼ਰੂਰ, ਕਿਉਂਕਿ ਹਾਲਾਤ ਘਰ ਦੇ ਕੁਛ ਇਸ ਤਰ੍ਹਾਂ ਦੇ ਆ ਕਿ ਕਈ ਸਾਲਾਂ ਤੋਂ ਮੁੜ ਕੇ ਉਹ ਨਹੀਂ ਉਹਦਾ ਕੁਛ ਹੋ ਸਕਿਆ। ਤੇ ਆਓ ਰਲ ਮਿਲ ਕੇ ਇਸ ਘਰ ਨੂੰ ਵੀ ਵਧੀਆ ਛੱਤ ਦਈਏ, ਵਧੀਆ ਇਹਨੂੰ ਇੱਕ ਦਿੱਖ ਦਈਏ। ਤੇ ਆਪਣੇ ਆਪ 'ਚ ਸਾਨੂੰ ਵੀ ਇਸ ਗੱਲ ਦਾ ਮਾਣ ਰਹੇਗਾ ਕਿ ਇਹਨਾਂ ਸ਼ਹੀਦ ਪਰਿਵਾਰਾਂ ਦੀ ਸਾਂਭ ਸੰਭਾਲ 'ਚ ਸਾਡੀ ਇੱਕ ਅਹਿਮ ਭੂਮਿਕਾ ਹੈ। ਬਹੁਤ ਮਿਹਰਬਾਨੀ ਭੈਣ ਜੀ, ਇੱਕ ਵਾਰੀ ਤੇ ਫਿਰ ਤੁਹਾਡੇ ਕੋਲੋਂ ਮਾफ़ੀ ਕਿ ਤੁਹਾਨੂੰ ਇੰਨੀ ਦੂਰ ਤੋਂ ਬੁਲਾਉਣਾ ਪਿਆ, ਕਿਉਂਕਿ ਤੁਹਾਡੇ ਲਈ ਲੰਬਾ ਸਫ਼ਰ ਕਰਨਾ ਵੀ ਔਖਾ। ਬਾਕੀ ਸਤਿਗੁਰੂ ਕਿਰਪਾ ਕਰਨਗੇ, ਜਦੋਂ ਸੰਗਤ ਨੇ ਸਾਥ ਦਿੱਤਾ ਨਾ, ਫਿਰ ਤੁਹਾਨੂੰ ਬੱਸਾਂ 'ਚ ਧੱਕੇ ਖਾਣ ਦੀ ਲੋੜ ਨਹੀਂ ਪੈਣੀ, ਕੋਈ ਨਾ ਕੋਈ ਗੱਡੀ ਮਿਲ ਸਕਦੀ ਆ, ਦੇ ਦਿੰਦੀ ਆ ਸੰਗਤ। ਮੈਨੂੰ ਤੁਸੀਂ ਇੱਥੇ ਬੁਲਾਇਆ, ਮੈਂ ਨਹੀਂ ਹੈ ਕਿ ਮੈਂ ਸਟੂਡੀਓ ਵਿੱਚ ਸਿਰਫ ਇੰਟਰਵਿਊ ਕਰਨ ਆਈ ਹਾਂ। ਮੇਰੇ ਪੇਕੇ ਪਿੰਡ ਹੈ ਇੱਥੇ, ਤੇ ਮੈਂ ਆਪਣੇ ਭਰਾ ਨੂੰ ਮਿਲਣ ਵਾਸਤੇ ਵੀ ਆਈ ਹਾਂ। ਜੇ ਇਕੱਲੀ ਇੰਟਰਵਿਊ ਦੀ ਗੱਲ ਹੁੰਦੀ ਤੇ
ਸ਼ਾਇਦ ਮੈਂ ਮਨਾ ਕਰ ਦਿੰਦੀ, ਪਰ ਮੈਂ ਇੱਕ ਆਪਣੇ ਭਾਈ ਨੂੰ ਭਰਾ ਨੂੰ ਮਿਲਣ ਵਾਸਤੇ ਆਈ ਹਾਂ, ਆਪਣੇ ਪੇਕੇ ਘਰੇ ਆਈ ਹਾਂ, ਮੈਨੂੰ ਬਹੁਤ ਖੁਸ਼ੀ ਹੋਈ ਹੈ। ਬਹੁਤ ਸ਼ੁਕਰੀਆ ਭੈਣ ਜੀ, ਤੁਸੀਂ ਐਡਾ ਵੱਡਾ ਸਾਨੂੰ ਮਾਣ ਦੇ ਰਹੇ ਹੋ ਕਿ ਤੁਸੀਂ ਆਪਣਾ ਪੇਕਾ ਘਰ ਇਹਨੂੰ ਮਹਿਸੂਸ ਕਰਦੇ ਹੋ, ਤੇ ਬੜੀ ਚੰਗੀ ਗੱਲ ਆ। ਔਰ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਇੱਕ ਭਰਾ ਜਿਸ ਤਰ੍ਹਾਂ ਤੁਸੀਂ ਇੱਕ ਭਰਾ ਆਪਣੇ ਨੂੰ ਫੋਨ ਕਰ ਸਕਦੇ ਹੋ ਕਿਸੇ ਮੁਸ਼ਕਲ ਪ੍ਰੋਬਲਮ ਦੇ ਵਿੱਚ, ਜਾਂ ਕਿਸੇ ਰੱਬ ਨਾ ਕਰੇ ਕਦੀ ਤੁਹਾਨੂੰ ਕਦੀ ਕੋਈ ਇਸ ਤਰ੍ਹਾਂ ਦਾ ਦਿਨ ਦੇਖਣਾ ਪਏ, ਤੁਸੀਂ ਜਦੋਂ ਵੀ ਸਾਨੂੰ ਹੁਕਮ ਕਰੋਗੇ, ਫੋਨ ਕਰੋਗੇ, ਤੇ ਅਸੀਂ ਯਥਾ ਸੰਭਵ ਐਜ਼ ਸੂਨ ਐਜ਼ ਪੋਸੀਬਲ ਤੁਹਾਡੀ ਉਸ ਮੁਸ਼ਕਲ ਨੂੰ ਹੱਲ ਕਰਨ ਦਾ ਯਤਨ ਕਰਾਂਗੇ। ਅੱਜ ਨੰਬਰ ਤੁਹਾਡੇ ਕੋਲ ਨੇ ਸਾਡੇ, ਤੇ ਇਸ ਤੋਂ ਪਹਿਲਾਂ ਜਿੰਨੇ ਵੀ ਟੀਵੀ ਚੈਨਲਸ ਨੇ ਵੀਡੀਓਜ਼ ਕੀਤੀਆਂ ਨੇ, ਗੱਲਬਾਤ ਕੀਤੀ ਆ ਬੀਬੀ ਗੁਰਵਿੰਦਰ ਕੌਰ ਜੀ ਦੇ ਨਾਲ, ਅਸੀਂ ਉਹਨਾਂ ਦੇ ਵੀ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਕਿਉਂਕਿ ਸਾਡਾ ਇੱਕ ਵੱਖਰਾ ਥੋੜ੍ਹਾ ਜਿਹਾ ਡਿਫਰੈਂਟ ਤਰੀਕਾ ਹੁੰਦਾ, ਕਿਉਂਕਿ ਕਈ ਵਾਰੀ ਇਹਨਾਂ ਸਿੰਘਾਂ ਨਾਲ ਵਿਚਰਿਆ ਕਈ ਗੱਲਾਂ ਤੁਹਾਡੇ ਸਾਹਮਣੇ ਅੱਜ ਆ ਗਈਆਂ ਜਿਹੜੀਆਂ ਸ਼ਾਇਦ ਉਹਨਾਂ ਨੂੰ ਨਹੀਂ ਸਨ ਪਤਾ, ਕਿਉਂਕਿ ਬੀਬੀ ਜੀ ਨੂੰ ਵੀ ਉਹ ਭੁੱਲ ਗਈਆਂ ਸੀ ਗੱਲਾਂ, ਕਿਉਂਕਿ ਇਹ ਜਿਹੜੇ ਤਸ਼ੱਦਦ ਦੇ ਦੌਰ ਲੰਘੇ ਨੇ ਨਾ, ਇਹ ਸੱਚ ਗੱਲ ਆ ਵੀ ਮੇਰੇ ਨਾਲ ਕਈ ਵਾਰੀ ਸਿੰਘ ਨਾਰਾਜ਼ ਹੋ ਜਾਂਦੇ, ਯਾਰ ਤੇਰੇ ਨਾਲ ਪਰਸੋਂ ਗੱਲ ਕੀਤੀ ਸੀ, ਤੂੰ ਆਹ ਵਾਅਦਾ ਕੀਤਾ ਸੀ, ਤੇ ਮੈਨੂੰ ਚੇਤਾ ਭੁੱਲ ਜਾਂਦਾ। ਮੇਰੀ ਖੁਦ ਦੀ ਯਾਦਾਸ਼ਤ ਇੰਨੀ ਕਮਜ਼ੋਰ ਆ, ਪਰ ਇੱਕ ਲੇਡੀ ਹੋਣ ਦੇ ਨਾਤੇ ਜੋ ਇਹਨਾਂ ਨੇ ਬਰਦਾਸ਼ਤ ਕੀਤਾ ਉਸ ਦੌਰ ਦੇ ਵਿੱਚ, ਕਿਉਂਕਿ ਵੱਡੇ ਨਾਮੀ ਖਾੜਕੂਆਂ ਦੇ ਵਿੱਚ ਇਹਨਾਂ ਦਾ ਜ਼ਿਕਰ ਹੁੰਦਾ ਰਿਹਾ, ਤੇ ਉਹ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਇਹਨਾਂ ਨੇ ਕਿੱਡਾ ਘੋਰ ਤਸ਼ੱਦਦ ਜਿਹੜਾ ਆਪਣੇ ਸਰੀਰ 'ਤੇ ਸਿਆ ਵਾ। ਔਰ ਸੱਚਮੁੱਚ ਹੁਣ ਫੋਨ ਨੰਬਰ ਤੱਕ ਨਹੀਂ ਸੀ ਇਹਨਾਂ ਨੂੰ ਆਪਣਾ ਯਾਦ, ਤੇ ਇਹਨਾਂ ਨੇ ਮੈਂ ਆਪਣੇ ਫੋਨ 'ਚੋਂ ਕੱਢ ਕੇ ਨੰਬਰ ਤੇ ਫੇਰ ਤੁਹਾਡੇ ਨਾਲ ਸਾਂਝਾ ਕੀਤਾ। ਨੰਬਰ ਇੱਕ ਵਾਰੀ ਫੇਰ 77107 42090, ਇਸ ਨੰਬਰ ਦੇ ਉੱਤੇ ਸੰਪਰਕ ਕਰਿਓ। ਸਾਧ ਸੰਗਤ ਜੀ, ਇੱਕ ਗੱਲ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਜਾ ਰਹੇ ਹਾਂ, ਜਿਹੜੀ ਸੁਣ ਕੇ ਤੁਸੀਂ ਬੜੇ ਹੈਰਾਨ ਵੀ ਹੋਵੋਗੇ ਕਿ ਬੀਬੀ ਗੁਰਵਿੰਦਰ ਕੌਰ ਜੀ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੀ ਮੁਲਾਕਾਤ ਕਰਕੇ ਆਏ ਸੀ ਦਿੱਲੀ ਤਿਹਾੜ ਜੇਲ੍ਹ 'ਚ, ਇੰਦਰਾ ਗਾਂਧੀ ਕਾਂਡ ਵਾਲੇ, ਤੇ ਕਿਵੇਂ ਚਲੇ ਗਏ ਉੱਥੇ ਭੈਣ ਜੀ? ਹਾਂਜੀ, ਉਹ ਬਹੁਤ ਤੁਹਾਨੂੰ ਵੀ ਲੱਗੇਗਾ ਵੀ ਜਿਵੇਂ ਮੈਂ ਭੈਣ ਬਣ ਕੇ ਗਈ ਸੀ ਉਹਨਾਂ, ਅੱਛਾ, ਤੇ ਭਾਈ ਸੁਖਦੇਵ ਸਿੰਘ ਕੋਟ ਮੌਲਵੀ ਵਾਲੇ ਜਿਹੜੇ ਭਾਈ ਸੁਖਦੇਵ ਸਿੰਘ ਕੋਟ ਮੌਲਵੀ ਵੀ ਮੁਲਾਕਾਤ ਕਰ ਆਏ? ਹਾਂਜੀ ਹਾਂਜੀ, ਅਸੀਂ ਉਦੋਂ ਤੇ ਭਗੌੜੇ ਸੀਗੇ, ਉਹ ਬੜਾ ਵੱਡਾ ਨਾਂ ਸੀ ਉਦੋਂ, ਤਾਂ ਪੁਲਿਸ ਭਾਲਦੀ ਫਿਰਦੀ, ਹਾਂ, ਪਰ ਉੱਥੇ ਸਾਨੂੰ ਨਹੀਂ ਕਿਸੇ ਨੇ ਪਛਾਣਿਆ। ਪਰ ਭਾਈ ਸਤਵੰਤ ਸਿੰਘ ਹੁਣੀ ਵੀ ਬਸ ਜ਼ਾਬਤੇ 'ਚ ਰਹੇ ਆ, ਅੱਛਾ, ਉਹਨਾਂ ਨੇ ਪੁਲਿਸ ਦੇ ਸਾਹਮਣੇ ਕੋਈ ਨਹੀਂ ਗੱਲ ਪੁੱਛੀ, ਮਤਲਬ ਉਹਨਾਂ ਕੋਈ ਰਿਐਕਟ ਨਹੀਂ ਕੀਤਾ ਵੀ ਜਿਸ ਤਰ੍ਹਾਂ ਭੈਣ ਨਾਲ ਗੱਲ ਕਰ ਰਿਹਾ ਉਦਾਂ ਹੀ ਤੁਹਾਡੇ ਨਾਲ ਗੱਲ। ਹਾਂਜੀ, ਕੋਈ ਐਸੀ ਗੱਲ ਭਾਈ ਸਤਵੰਤ ਸਿੰਘ ਜੀ ਦੀ ਜਿਹੜੀ ਤੁਹਾਡੇ ਨਾਲ ਹੋਈ ਹੋਵੇ, ਜਾਂ ਉਹਨਾਂ ਨੇ ਕੀ ਗੱਲਾਂ ਕੀਤੀਆਂ ਉਸ ਵਕਤ? ਬਸ ਉਹ ਨੋਰਮਲੀ ਵੀ ਜਿਵੇਂ ਆਪਾਂ ਪਰਿਵਾਰ ਨੂੰ ਦੁੱਖ ਸੁੱਖ ਪੁੱਛਦੇ ਹਾਂ, ਮਾਤਾ ਪਿਆਰ ਕੌਰ ਬਾਰ-ਬਾਰ ਉਹਨਾਂ ਨੂੰ ਮਿਲਦੇ ਸੀ, ਸਾਡੇ ਵੱਲੋਂ ਵੇਖਦੇ ਸੀਗੇ, ਜਿਵੇਂ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ। ਨਹੀਂ ਬਿਲਕੁਲ, ਕਿਉਂਕਿ ਉਹਦੇ ਵਿੱਚ ਹੀ ਹੁੰਦੇ ਸੀ ਨਾ, ਚੱਕੀ ਤੇ, ਫਾਂਸੀ ਚੱਕੀ ਤੇ ਸੀਗੇ। ਅੱਛਾ, ਅੰਦਰ ਲੈ ਜਾਂਦੇ ਸੀ ਤੁਹਾਨੂੰ ਜੇਲ੍ਹ ਦੇ ਅੰਦਰ? ਹਾਂ, ਉਹਨਾਂ ਨੂੰ ਬਿਲਕੁਲ ਉਸ ਚੱਕੀ ਚੋਂ ਬਾਹਰ ਨਹੀਂ ਕੱਢਦੇ ਸੀਗੇ, ਉੱਥੇ ਅੰਦਰ ਜੇਲ੍ਹ ਦੇ ਵਿੱਚ ਚੱਕੀ ਦੇ ਵਿੱਚ ਮਿਲਾਇਆ ਸੀ ਸਾਨੂੰ। ਉਹਦੇ ਉਹ ਸੀ, ਬੰਦ ਸੀਗਾ ਦਰਵਾਜ਼ਾ ਅੰਦਰ। ਕਿੰਨੇ ਬਾਈ ਕਿੰਨੇ ਦੀ ਚੱਕੀ ਸੀ, ਕੁਝ ਅੰਦਾਜ਼ਾ? ਛੋਟੀ ਜਿਹੀ ਸੀਗੀ, ਬਹੁਤ ਛੋਟੀ ਜਿਹੀ, ਮਤਲਬ ਜਿੰਨੇ ਜਵਾਨ ਸੀਗੇ ਮੇਰੇ ਖਿਆਲ ਛੋਟੇ ਰੁੱਖ ਨੂੰ ਲੰਮੇ ਪੈ ਜਾਣ ਤੇ ਪੈਰ ਲੱਗਦੇ ਹੋਣੇ, ਸਿਰ ਲੱਗਦਾ ਹੋਣਾ। ਨਹੀਂ 6x10 ਦੀ ਚੱਕੀ ਹੋਣੀ? ਹਾਂਜੀ, ਜਿਵੇਂ ਆਮ ਫਾਂਸੀ ਚੱਕੀਆਂ ਹੁੰਦੀਆਂ, ਵੀ ਬਹੁਤੀ ਛੋਟੀ ਵੀ ਨਹੀਂ ਸੀ, ਬਹੁਤੀ ਵੱਡੀ ਵੀ ਨਹੀਂ ਸੀ, ਘੁੰਮ ਫਿਰ ਸਕਦੇ ਸੀਗੇ। ਪਰ 1984 ਤੋਂ ਲੈ ਕੇ ਤੇ 6 ਜਨਵਰੀ 1999 ਤੱਕ ਉਸ ਚੱਕੀ 'ਚ ਮਤਲਬ ਸਮਾਂ ਕੱਢਿਆ ਉਹਨਾਂ ਨੇ। ਮੈਂ ਉਹ ਸੈੱਲ ਵੇਖਿਆ ਜੀ, ਉਹਨਾਂ ਦੇ ਉੱਪਰ ਜਾਲ, ਆਮ ਤੌਰ ਤੇ ਜਾਲ ਨਹੀਂ ਹੁੰਦਾ, ਤੁਸੀਂ ਜੇਲ੍ਹ 'ਚ ਰਹੇ ਹੋ, ਉਹਦੇ ਜਾਲ ਪਾਇਆ ਹੋਇਆ ਸੀ ਉਹਨਾਂ ਨੇ, ਤੇ ਉਹ ਪਹਿਰਾ ਹੁੰਦਾ ਤਾਂ ਕਿ ਉੱਪਰੋਂ ਵੀ ਨਜ਼ਰ ਰਵੇ। ਜਿਹੜੀ ਚੱਕੀ ਹੁੰਦੀ, ਚੱਕੀ ਦੇ ਬਾਹਰ ਬਰਾਂਡਾ ਹੁੰਦਾ ਨਾ ਛੋਟਾ ਜਿਹਾ, ਉਹਦੇ ਤੇ ਵੀ ਜਾਲ ਸੀਗਾ, ਤੇ ਉਹ ਹੁੰਦੇ ਸੀਗੇ, ਪਹਿਰਾ ਸੀ ਉਹਦੇ ਤੇ, ਚੱਕੀ ਤੇ। ਤੇ ਇੱਕ ਜਦੋਂ ਅਸੀਂ ਗਏ ਆ, ਸਾਡੇ ਨਾਲ ਉਹਨਾਂ ਦੇ ਅਫਸਰ ਗਏ ਸੀ ਜੇਲ੍ਹ ਵਾਲੇ, ਉਹ ਬਾਹਰ ਕੁਰਸੀ ਢਾ ਕੇ ਬੈਠੇ, ਉਹਨਾਂ ਨੂੰ ਕੁਛ ਨਹੀਂ ਦਿੰਦੇ ਸੀਗੇ ਜੀ, ਸਾਡਾ ਜੋ ਵੀ ਅਸੀਂ ਲੈ ਕੇ ਗਏ ਆ, ਉਹ ਅਫਸਰ ਨੇ ਆਪ ਚੈੱਕ ਕਰਕੇ ਫਿਰ ਸਾਰੀ ਜਿਹੜਾ ਤੁਸੀਂ ਖਾਣ ਪੀਣ ਵਾਲਾ ਸਮਾਨ ਉਹਨਾਂ ਨੇ ਪਹਿਲਾਂ ਚੈੱਕ ਕਰਕੇ ਦੇ ਦਿੱਤਾ। ਮਤਲਬ ਉਹਨਾਂ ਦਾ ਜਾਹੋ ਜਲਾਲ ਪਈ, ਉਹਨਾਂ ਦੇ ਚਿਹਰੇ ਤੇ ਕੋਈ ਗੱਲ, ਕੋਈ ਮਤਲਬ ਬਹੁਤ ਨੂਰਾਨੀ ਚਿਹਰਾ ਸੀਗਾ ਜੀ ਉਹਨਾਂ ਦਾ, ਬਹੁਤ ਹੱਸ ਗੱਲਾਂ ਕਰਦੇ ਸੀ। ਮਾਤਾ ਤੇ ਭਾਵੁਕ ਹੁੰਦੀ ਹੋਣੀ ਵੇਖ ਕੇ? ਨਹੀਂ, ਮਾਤਾ ਵੀ ਠੀਕ ਸੀਗੀ, ਤੇ ਉਹ ਅਸੀਂ ਤਾਂ ਬਸ ਉਹਨਾਂ ਵੱਲ ਵੇਖ ਹੀ ਗਏ ਆ ਵੀ ਇਹ ਇੱਕ ਇਤਿਹਾਸ ਹੈ ਜਿਹਨੂੰ ਅਸੀਂ ਮਿਲਣ ਜਾ ਰਹੇ ਹਾਂ। ਪਰ ਸਾਡੇ ਵਾਸਤੇ ਇਹ ਗੱਲ ਅਖਬਾਰਾਂ ਲਿਖਦੀਆਂ ਰਹੀਆਂ ਨੇ ਕਿ ਫਿਲਮੀ ਹੀਰੋਆਂ ਦੀ ਦਿੱਖ ਵਾਲਾ, ਕਿਉਂਕਿ 6 ਫੁੱਟ ਤੋਂ ਵੀ ਪਲੱਸ ਕੱਦ ਸੀ, ਗੋਰਾ ਨਿਸ਼ੋ ਚਿਹਰਾ, ਤਿੱਖਾ ਨੱਕ, ਕਿਤੇ ਕਿਤੇ ਉਹ ਸ਼ਕਲ ਦੀ ਝਲਕ ਜਿਹੜੀ ਆ ਭਾਈ ਸਰਵਣ ਸਿੰਘ 'ਚ ਮਿਲਦੀ ਆ। ਹਾਂਜੀ ਹਾਂਜੀ, ਕਿਉਂਕਿ ਬਾਕੀ ਉਸ ਪਰਿਵਾਰ ਦੇ ਨਾਲੋਂ ਜੇ ਸਭ ਤੋਂ ਵੱਧ ਸ਼ਕਲ ਮਿਲਦੀ ਆ ਤੇ ਉਹ ਭਾਈ ਸਰਵਣ ਸਿੰਘ ਦੀ ਆ। ਹਾਂਜੀ, ਉਹ ਮੈਂ ਪਰਿਵਾਰ ਦੇ ਨਾਲ ਵੀ ਮੇਰਾ ਬਹੁਤ ਰਿਹਾ ਜੀ ਭਾਈ ਸਰਵਣ ਸਿੰਘ। ਹਾਂਜੀ, ਤੇ ਖੁਸ਼ਕਿਸਮਤੀ ਆ ਜੀ, ਮੈਂ ਜੇਲ੍ਹ 'ਚ ਰਹੀ ਹਾਂ, ਤੇ ਉਦੋਂ ਭਾਈ ਮਨਵੀਰ ਸਿੰਘ ਚਹੇੜੂ, ਉਹ ਜਿਸ ਦਿਨ ਉਹ ਲੈ ਕੇ ਗਏ ਉਹਨਾਂ ਨੂੰ ਜੇਲ੍ਹ 'ਚੋਂ ਬਾਹਰ, ਸੰਗਰੂਰ ਜੇਲ੍ਹ 'ਚੋਂ ਬਾਹਰ ਲੈ ਗਏ ਸੀ, ਬਾਹਰਲੀਆਂ ਸਟੇਟਾਂ 'ਚ NSA ਲਾ ਕੇ ਨਾ 16-17 ਜਣਿਆਂ ਨੂੰ ਬਾਹਰ ਲੈ ਗਏ ਸੀਗੇ।
ਉਹ ਜੇ ਬਾਦਲ ਵੀ ਸੀ, ਭਾਈ ਤਰਸੇਮ ਸਿੰਘ ਕੁਹਾੜ ਸੀ, ਟੋਰਾ, ਇਹ ਵੱਡੇ ਵੱਡੇ ਸਾਰੇ ਜਿੰਨੇ ਸੀਗੇ 17 ਜਣੇ ਸੀਗੇ ਜੀ। ਹਾਂਜੀ, ਇਹ ਸਾਰੀਆਂ ਆਊਟ ਆਫ ਸਟੇਟ ਜੇਲ੍ਹਾਂ 'ਚ ਭੇਜਦੇ ਸੀ। ਹਾਂਜੀ, ਉਸ ਦਿਨ ਜਿਸ ਦਿਨ ਇਹ ਗਏ ਆ, ਉਹਨਾਂ ਦੇ ਨਾਲ ਸੀ ਭਾਈ ਸੁਖਦੇਵ ਸਿੰਘ ਕੋਟਮੌਲਵੀ ਤੇ ਭਾਈ ਮਨਵੀਰ ਸਿੰਘ ਚਹੇੜੂ। ਉਹ ਦੋਨੋਂ ਜਾਣੇ ਮੈਨੂੰ ਮਿਲ ਕੇ ਗਏ। ਇਹ ਵੀ ਮੇਰੇ ਵਾਸਤੇ ਮਤਲਬ ਬਹੁਤ ਵੱਡੀ ਗੱਲ ਹੈ ਜੀ। ਮੈਂ ਹੈਰਾਨ ਆ ਕਿ ਸੰਗਤ ਜੀ, ਤੁਸੀਂ ਸਾਧ ਸੰਗਤ ਜੀ ਹੈਰਾਨ ਹੋ ਜਾਓਗੇ ਕਿ ਭਾਈ ਸੁਖਦੇਵ ਸਿੰਘ ਕੋਟ ਮੌਲਵੀ ਪਿੰਡ ਦੇ ਸੀ। ਸੁਖਦੇਵ ਸਿੰਘ ਬੱਬਰ ਵੀ ਉਹਨਾਂ ਨੂੰ ਕਹਿੰਦੇ ਸੀਗੇ। ਉਹ ਭਾਈ ਤਰਸੇਮ ਸਿੰਘ ਕੁਹਾੜ ਦੇ ਰਾਈਟ ਹੈਂਡ ਸੀ, ਉਸੇ ਲੈਵਲ ਦੇ ਖਾੜਕੂ ਸੀ। ਔਰ ਉਹਨਾਂ ਦਾ ਉਸ ਸਮੇਂ ਭਾਈ ਸਤਵੰਤ ਸਿੰਘ ਜੀ ਨਾਲ ਜਾ ਕੇ ਮੁਲਾਕਾਤ ਕਰ ਆਉਣਾ, ਇਹ ਬੜੀ ਵੱਡੀ ਗੱਲ ਆ। ਤੁਸੀਂ ਦਲੇਰੀ ਵੇਖੋ ਸਿੰਘਾਂ ਦੀ ਕਿ ਦਿੱਲੀ ਤਿਹਾੜ ਦੇ ਵਿੱਚ ਮੁਲਾਕਾਤ ਤੇ ਬੜੀ ਬਰੀਕੀ ਨਾਲ ਸਕਰੀਨਿੰਗ ਹੋ ਕੇ ਤੇ ਪਰਿਵਾਰ ਨੂੰ ਮਿਲਾਉਂਦੇ ਸੀ। ਔਰ ਉੱਥੇ ਬੀਬੀ ਗੁਰਵਿੰਦਰ ਕੌਰ ਜੀ ਦਾ ਚਲੇ ਜਾਣਾ, ਭਾਈ ਸੁਖਦੇਵ ਸਿੰਘ ਜੀ ਕੋਟ ਮੌਲਵੀ ਦੀ ਜਾ ਕੇ ਉਹਨਾਂ ਦੀ ਮੁਲਾਕਾਤ ਕਰ ਆਉਣੀ। ਮੈਂ ਸਮਝਦਾ ਵੀ ਇਹ ਦਲੇਰੀ ਦੀ ਕਿਤੇ ਪਰਿਭਾਸ਼ਾ ਲਿਖੀ ਜਾਏਗੀ ਤੇ ਤੁਹਾਡੇ ਜ਼ਿਕਰ ਤੋਂ ਬਿਨਾਂ ਨਹੀਂ ਲਿਖੀ ਜਾਏਗੀ। ਸਿੰਘ ਬੜੇ ਖੁਸ਼ ਹੁੰਦੇ ਜੀ ਸਾਨੂੰ। ਸਿੰਘ ਕਿੰਨੇ ਦਿਨ ਤਾਂ ਸਾਡੇ ਨਾਲ ਰਹੇ, ਗੁੱਸੇ ਰਹਿੰਦੇ, ਤੁਸੀਂ ਤਾਂ ਮਿਲਿਆ, ਅਸੀਂ ਰਹਿ ਗਏ। ਤੇ ਸਿੰਘਾਂ ਨੂੰ ਵੀ ਖੁਸ਼ੀ ਹੁੰਦੀ ਸੀ, ਕਿਵੇਂ ਵੇਖ ਕੇ ਆਏ, ਕਿਵੇਂ ਭਾਈ ਸਾਹਿਬ ਦਾ ਕੀ ਸੀ, ਉਹ ਇੱਕ ਅਲੱਗ ਹੀ ਸੀ ਸਾਡੇ ਵਾਸਤੇ। ਉਹ ਚੀਜ਼ ਜੀ ਬੜੀ ਕੋਈ ਸ਼ੱਕ ਨਹੀਂ ਜੀ ਕਿ ਜਿਹੜਾ ਕੰਮ ਉਹ ਕਰ ਗਏ ਆ, ਕਿਤੇ ਨਾ ਕਿਤੇ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦੀ ਪੱਗ ਸਿਰ ਤੇ ਰੱਖਣ ਵਾਲੀ ਗੱਲ। ਵਿਮਲ ਕੌਰ ਖਾਲਸਾ ਉਹਨਾਂ ਦੇ ਨਾਲ, ਭਾਈ ਬੇਅੰਤ ਸਿੰਘ ਉਹਨਾਂ ਦੀ ਜਿਹੜੀ ਸਿੰਘਣੀ ਸੀ, ਉਹਨਾਂ ਦੇ ਨਾਲ ਵੀ ਕਾਫੀ ਵਿਚਰਨ ਦਾ ਸਾਨੂੰ ਮੌਕਾ ਮਿਲਿਆ। ਇਹ ਚੀਜ਼ਾਂ ਜਿਹੜੀਆਂ ਸਾਡੇ ਵਾਸਤੇ ਮਾਣ ਵਾਲੀਆਂ ਗੱਲਾਂ ਨੇ। ਬੜਾ ਵੱਡਾ ਇਤਿਹਾਸ ਆ ਤੁਹਾਡੇ ਕੋਲ, ਔਰ ਮੈਂ ਸਮਝਦਾ ਜਿੰਨਾ ਵੀ ਤੁਹਾਡਾ ਸਤਿਕਾਰ ਕੀਤਾ ਜਾਏ ਥੋੜਾ ਵਾ। ਬਹੁਤ ਮਿਹਰਬਾਨੀ, ਬਹੁਤ ਸ਼ੁਕਰਗੁਜ਼ਾਰ ਭੈਣ ਜੀ, ਤੁਹਾਡਾ ਧੰਨਵਾਦ। ਸਾਧ ਸੰਗਤ ਜੀ, ਅੱਜ ਸ਼ਹੀਦ ਭਾਈ ਜੋਗਾ ਸਿੰਘ ਬਿਸ਼ਨੰਦੀ ਦੀ ਧਰਮ ਪਤਨੀ ਬੀਬੀ ਗੁਰਵਿੰਦਰ ਕੌਰ ਜੀ ਦੇ ਸਪੁਰਦ ਸਾਡੇ ਇੱਕ ਭੈਣ ਜੀ ਨੇ ਆਸਟ੍ਰੇਲੀਆ ਤੋਂ ਸੇਵਾ ਭੇਜੀ ਸੀ 49,000 ਰੁਪਈਆ। ਅਸੀਂ ਉਹ ਸੇਵਾ ਇਹਨਾਂ ਦੇ ਸਪੁਰਦ ਕਰਦਿਆਂ ਹੋਇਆਂ ਬੜਾ ਮਾਣ ਮਹਿਸੂਸ ਕਰ ਰਹੇ ਹਾਂ। ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਉੱਤੇ ਭਰੋਸਾ ਕਰਨ ਦੇ ਲਈ, ਔਰ ਜਿੰਨੀਆਂ ਵੀ ਸੰਗਤਾਂ ਸਾਡੀ ਸੰਸਥਾ 'ਤੇ ਭਰੋਸਾ ਕਰਕੇ ਸਾਨੂੰ ਸੇਵਾ ਭੇਜਦੀਆਂ ਨੇ, ਅਸੀਂ ਉਹਨਾਂ ਦੇ ਬੇਹੱਦ ਸ਼ੁਕਰਗੁਜ਼ਾਰ ਹਾਂ। ਔਰ ਹਮੇਸ਼ਾ ਆਪਣੀਆਂ ਵਾਅਦਾ ਕਰਦੇ ਹਾਂ ਕਿ ਇਹਨਾਂ ਸ਼ਹੀਦ ਪਰਿਵਾਰਾਂ ਦੇ ਲਈ ਭੇਜੀ ਹੋਈ ਸੇਵਾ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਜਿਹੜੀ ਆ ਇਹਨਾਂ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਉਂਦੇ ਰਵਾਂਗੇ। ਜਦੋਂ ਵੀ ਤੁਸੀਂ ਭੇਜੋਗੇ, ਕੋਈ ਹੋਰ ਭੈਣ ਭਰਾ ਇਸ ਪਰਿਵਾਰ ਦਾ ਦੁੱਖ ਵੰਡਾਉਣਾ ਚਾਹੁੰਦਾ ਹੋਵੇ ਤੇ ਫ਼ੋਨ ਨੰਬਰ ਨੋਟ ਕਰ ਲੈਣ ਜੀ। ਇੱਕ ਵਾਰੀ ਫੇਰ ਮੈਂ ਬੋਲ ਰਿਹਾ, 77 107 42090, ਇਹ ਇਹਨਾਂ ਦਾ ਫ਼ੋਨ ਨੰਬਰ ਆ ਜੀ। ਤੇ ਇਸ ਨੰਬਰ ਦੇ ਉੱਤੇ ਜ਼ਰੂਰ ਤੁਸੀਂ ਕੰਟੈਕਟ ਕਰਿਓ, ਅਸੀਂ ਬੇਹੱਦ ਸ਼ੁਕਰਗੁਜ਼ਾਰ ਹੋਵਾਂਗੇ। ਬਹੁਤ ਬਹੁਤ ਧੰਨਵਾਦ ਸਾਡੇ ਆਸਟ੍ਰੇਲੀਆ ਵਾਲੇ ਭੈਣ ਜੀ ਦਾ, ਜਿਨ੍ਹਾਂ ਨੇ ਇਹ ਮਾਣ ਸਾਨੂੰ ਬਖਸ਼ਿਆ। ਉਹ ਡਾਇਰੈਕਟ ਵੀ ਉਹਨਾਂ ਨੂੰ ਸੇਵਾ ਭੇਜ ਸਕਦੇ ਸੀ, ਪਰ ਸ਼ਾਇਦ ਉਹਨਾਂ ਦੇ ਮਨ 'ਚ ਕੁਛ ਆਇਆ ਕਿ ਉਹਨਾਂ ਨੇ ਸੇਵਾ ਦਾਸ ਦੇ ਸਪੁਰਦ ਕੀਤੀ, ਤੇ ਅੱਜ ਉਹਨਾਂ ਦੀ ਭੇਜੀ ਸੇਵਾ ਅਸੀਂ ਭੈਣ ਜੀ ਗੁਰਵਿੰਦਰ ਕੌਰ ਜੀ ਦੇ ਸਪੁਰਦ ਕਰ ਰਹੇ ਹਾਂ ਜੀ। ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।